श्री नानक पाद पंकज बंदन पाद पंकज बंदन सिमरो अंगद दुख निकंदन अमरदास गुर हृदय नित ध्यान गुर हृदय नित ध्यान श्री गुरु रामदास गुण गाओ गुर अर्जन विघ्न के नाशक गुर विघ्न के नाशक हर गोबिंद शुभ मत प्रकाशक गुरु हर राय नमो कर जोरी नमो कर जोरी श्री हरि कृष्ण मनाए बहोरी तेग बहादुर गुर परम कृपाला गुर परम कृपाला श्री गुरु गोबिंद सिंह विशाला तरों तरा तार पुन पुन शीसा पुन पुन शीसा बंदों बार बार जगदीशा जिसमें है अमृत ज्ञान है माणक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर एक अंकारा सतगुरु ते प्रसाद सच वाहिगुरु जी की फतेह विघ्न विनाशन वाहिगुरु जी की फतेह विघ्न विनाशन वाहिगुरु जी का खालसा वाहिगुरु जी की फतेह। पतित पावन भगत वत्सल किरपा निधान जुगो जुग अटल अनाथ नाथ चवर छत्र तख्त दे मालक धन धन श्री गुरु ग्रंथ साहिब महाराज जी की परम पवित्र सत संगत हजूरी दे अंदर नावे पातशाह धर्म रखियक शहीद सतगुरु धन धन श्री गुरु तेग बहादुर साहिब महाराज जी दे महान पावन पवित्र भजन बंदगी अस्थान गुरुद्वारा श्री भोरा साहिब जी पातशाही नौवीं विखे सतगुरु महाराज साहिब जी की पवित्र चरण शरण दे अंदर हाजरियां भर के
ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਜੋ ਪਿਛਲੇ ਪਹਿਰ ਦੇ ਸਮੇਂ ਦੇ ਸੰਧਿਆ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ, ਜੁੜ ਮਿਲ ਬੈਠਣ ਦਾ ਸਾਨੂੰ ਸੁਭਾਗ ਸਮਾਂ ਬਖਸ਼ਿਆ ਹੈ। ਸਤਿਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਜਦੋਂ ਗੁਰਾਂ ਨੇ ਤਰਸ ਕੀਤਾ, ਜਦੋਂ ਗੁਰਾਂ ਦੀ ਰਹਿਮਤ ਹੋਈ, ਉਦੋਂ ਸੱਜਣ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤੇ ਆਪ ਸਰਬੱਤ ਸੰਗਤਾਂ ਗੁਰੂ ਦੀ ਰਹਿਮਤ ਦਾ ਸਦਕਾ ਗੁਰ ਦਰਬਾਰਾਂ ਦੇ ਵਿੱਚ ਜੁੜ ਬੈਠੇ ਹੋ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ 400 ਸਾਲਾ ਪ੍ਰਕਾਸ਼ ਦਿਹਾੜੇ ਜੋੜ ਮੇਲੇ ਮਨਾਉਂਦਿਆਂ ਹੋਇਆਂ ਸਮਾਗਮਾਂ ਦੇ ਵਿੱਚ ਬੇਅੰਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। 3 ਦਿਨ ਬੇਅੰਤ ਸੰਗਤਾਂ ਉਹ ਨੇ ਜੋ ਮਹਾਰਾਜ ਦੇ ਇਹਨਾਂ ਜੋੜ ਮੇਲਿਆਂ ਦਾ ਕਰਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈਆਂ ਹਨ। ਅਤੇ ਨਿਤਾ ਪ੍ਰਤੀ ਇੱਥੇ ਗੁਰ ਇਤਿਹਾਸ ਦੀ ਕਥਾ ਦੀ ਜੋ ਮਰਿਆਦਾ ਹੈ, ਉਹ ਇਤਿਹਾਸ ਦੇ ਪ੍ਰਸੰਗ ਸਰਵਣ ਕਰਨ ਦਾ ਹੁਣ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ, ਜਿਸ ਦੇ ਅੰਦਰ ਚਿੱਟਿਆਂ ਬਾਜਾਂ ਵਾਲੇ ਨੀਲੇ ਦੇ ਸਵਾਰ ਸ਼ਸਤਰ ਧਾਰੀ ਯੋਧੇ ਵੀਰ ਬਹਾਦਰ ਸ਼ਮਸ਼ੇਰੇ ਬਹਾਦਰ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਸਮੇਂ ਦੌਰਾਨ ਜੋ ਆਪਾਂ ਪ੍ਰਸੰਗ ਸਰਵਣ ਕੀਤੇ ਨੇ, ਜੋ ਕੱਲ ਇਤਿਹਾਸ ਦੀ ਕਥਾ ਹੋਈ, ਕਾਰਨ ਬਣ ਗਿਆ ਵੀ ਸਾਊਂਡ ਸਾਰਾ ਖਰਾਬ ਹੋ ਗਿਆ, ਪਰ ਮਰਿਆਦਾ ਸੀ ਮਹਾਰਾਜ ਦੀ, ਇਸ ਕਰਕੇ ਕਥਾ ਤਾਂ ਆਪਾਂ ਗੁਪਤ ਹੀ ਕੀਤੀ ਭਾਵੇਂ, ਪਰ ਸੰਗਤ ਜਿਹੜੀ ਆ ਕਿਉਂਕਿ ਇਤਿਹਾਸ ਸੁਣਦੀ ਹੈ ਦੂਰ ਦੂਰ ਬੈਠ ਕੇ। ਇੱਥੇ ਗੁਰਾਂ ਦੇ ਦਰਬਾਰ ਦੇ ਵਿੱਚ ਬਾਹਰ ਪਰਿਕਰਮਾ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਪਾਤਸ਼ਾਹੀ 6ਵੀਂ ਵਿਖੇ ਇੱਧਰ ਜਿੱਥੇ ਗੁਰੂ ਕੇ ਲੰਗਰ ਪੱਕਦੇ ਨੇ ਕਾਰਸੇ ਵਾਲੇ ਮਹਾਂਪੁਰਖ, ਉੱਥੇ ਗੁਰਸਿੱਖ ਕਥਾ ਸੁਣਦੇ ਨੇ। ਉਹ ਕੱਲ੍ਹ ਬੜੇ ਚਿੰਤਤ ਹੋਏ, ਇਸ ਕਰਕੇ ਉਹਨਾਂ ਨੂੰ ਇਹ ਕਿਹਾ ਸੀ ਵੀ ਆਪਾਂ ਉਹੀ ਪ੍ਰਸੰਗ ਜਿਹੜਾ ਕੱਲ੍ਹ ਪੜ੍ਹਿਆ ਹੈ ਦੁਬਾਰਾ ਅੱਜ ਸੰਗਤ ਕਰਕੇ ਫਿਰ ਉਹੀ ਪੜ੍ਹਾਂਗੇ। ਸੋ ਇਸ ਤੋਂ ਭਾਵ ਇਹ ਵੀ ਜੋ ਪਰਸੋਂ ਆਪਾਂ ਪ੍ਰਸੰਗ ਸੁਣਿਆ ਸੀ ਉਹ ਇਹ ਸੀ ਵੀ ਗੁਰੂ ਕਲਗੀਧਰ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹੋ ਕੇ ਜਮਨਾ ਦੇ ਕੰਢੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੈਠ ਜਾਂਦੇ ਨੇ ਅਤੇ ਦਿਨ ਚੜ੍ਹਦੇ ਤੀਕਰ ਗੁਰਬਾਣੀ ਉਚਾਰਦੇ ਨੇ। ਅਕਾਲ ਉਸਤਤ ਉਚਾਰੀ ਹੈ, ਜਾਪ ਸਾਹਿਬ ਉਚਾਰਿਆ ਹੈ, ਕ੍ਰਿਸ਼ਨ ਅਵਤਾਰ ਰਾਮਾ ਅਵਤਾਰ, 24 ਅਵਤਾਰਾਂ ਦੀ ਕਥਾ, ਪਰਮੇਸ਼ਰ ਦੀ ਮਹਿਮਾ ਦੀ ਕਥਾ, ਸੂਰਮਿਆਂ 'ਚ ਜੋਸ਼ ਭਰਨ ਵਾਲੇ ਪ੍ਰਸੰਗ ਗੁਰੂ ਕਲਗੀਧਰ ਸਾਹਿਬ ਨੇ ਉਚਾਰੇ ਨੇ। ਭਾਈ ਮਨੀ ਸਿੰਘ ਜੀ ਜੋ ਮਹਾਰਾਜ ਕਾਵਿ ਰੂਪ ਵਿੱਚ ਛੰਦਾਬੰਦੀ 'ਚ ਉਚਾਰਦੇ ਨੇ, ਉਹ ਕਥਾ ਲਿਖਦੇ ਨੇ। ਅਤੇ ਫਿਰ ਇੱਥੋਂ ਕਪਾਲ ਮੋਚਣ ਗਏ ਗੁਰੂ ਕਲਗੀਧਰ ਸਾਹਿਬ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਕਪਾਲ ਮੋਚਨ ਤੀਰਥ 'ਤੇ। ਸਤਿਗੁਰੂ ਸਾਹਿਬ ਉੱਥੇ ਗਏ ਨੇ ਅਤੇ ਮਸੰਦਾਂ ਨੇ ਬੇਨਤੀ ਕੀਤੀ, ਮਹਾਰਾਜ ਮੇਲੇ ਵਿੱਚ ਆਏ ਜਿਹੜੇ ਮੁਖੀ ਸਿੱਖ ਨੇ ਉਹਨਾਂ ਨੂੰ ਆਪਾਂ ਸਰੋਪਾਓ ਦੇਣੇ ਨੇ। ਤੁਹਾਡੇ ਕਹਿਣ ਮੁਤਾਬਕ ਅਸੀਂ ਮੁੱਲ ਖਰੀਦਣ ਗਏ ਸੀ ਪਰ 200 ਤੋਂ ਵੱਧ ਨਹੀਂ ਮਿਲਿਆ, ਹੁਣ ਦੱਸੋ ਵੀ ਕੀ ਕਰੀਏ। ਸਾਹਿਬਾਂ ਨੇ ਵੇਖਿਆ ਵੀ ਲੋਕ ਤੀਰਥ ਦੀ ਬੇਅਦਬੀ ਕਰ ਰਹੇ ਨੇ, ਕੋਈ ਤਾਂ ਤੀਰਥ ਦੇ ਲਾਗੇ ਪਿਸ਼ਾਬ ਕਰ ਰਿਹਾ ਹੈ ਸਰੋਵਰ 'ਤੇ, ਕੋਈ ਜੰਗਲ ਮੈਦਾਨ ਜਾ ਕੇ ਉਹ ਗੰਦੇ ਹੱਥ ਉਹਦੇ ਵਿੱਚ ਧੋ ਰਿਹਾ ਹੈ। ਸਤਿਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਇਹੋ ਜਿਹੇ ਭੈੜੇ ਕਰਮ ਕਰਨ ਵਾਲੇ ਉਹਨਾਂ ਦੇ ਸਿਰ ਦੇ ਉੱਤੇ ਪੱਗ ਬੰਨ੍ਹੀ ਥੋੜ੍ਹਾ ਸ਼ੋਭਦੀ ਹੈ। ਇੱਕ ਤਾਂ ਸੁਧਾਰ ਹੋ ਜਾਏਗਾ ਵੀ ਤੀਰਥ 'ਤੇ ਕੋਈ ਬੇਅਦਬੀ ਨਹੀਂ ਕਰੂਗਾ, ਅਤੇ ਦੂਸਰਾ ਤੁਹਾਡਾ ਪੱਗਾਂ ਦਾ ਕੰਮ ਸਰ ਜਾਊਗਾ। ਸਿੱਖਾਂ ਨੂੰ ਕਿਹਾ ਜਥੇ ਬਣਾ ਕੇ ਅਤੇ ਸਰੋਵਰ ਦੇ 4 ਚੁਫੇਰੇ ਉੱਥੇ ਪਹਿਰਾ ਦਿਓ, ਜਿਹੜਾ ਕੋਈ ਪਿਸ਼ਾਬ ਕਰਦਾ ਦਿਖੇ, ਜਿਹੜਾ ਕੋਈ ਸਰੋਵਰ ਵਿੱਚ ਹੱਥ ਧੋਂਦਾ ਦਿਖੇ ਗੰਦੇ, ਉਹਦੇ ਸਿਰ ਤੋਂ ਕਹਿੰਦੇ ਪੱਗ ਲਾ ਲਓ। ਸਿੱਖਾਂ ਐਵੇਂ ਕੀਤਾ, ਜਿਹੜਾ ਕੋਈ ਇਹ ਕਰਮ ਕਰਦਾ ਉਹਦੇ ਸਿਰੋਂ ਪੱਗ ਲਾ ਲੈਂਦੇ ਨੇ, ਨਾਲੇ ਉਹਨੂੰ ਸਮਝਾਉਂਦੇ ਵੀ ਨੇ, ਝਿੜਕਦੇ ਵੀ ਨੇ ਵੀ ਤੂੰ ਇੱਥੇ ਲਾਭ ਲੈਣ ਆਇਆ ਵੀ ਹੋਰ ਪਾਪ ਖੱਟਣ ਆਇਆ ਹੈ।
ਵੀ ਸਰੋਵਰ 'ਚ ਲੋਕ ਇਸ਼ਨਾਨ ਕਰਦੇ ਆ, ਇਹਦੇ ਜਲ ਦਾ ਚੂਲਾ ਲੈਂਦੇ ਆ, ਲੰਗਰ ਵਿੱਚ ਇੱਥੋਂ ਜਲ ਜਾਂਦਾ ਸਰੋਵਰ ਦਾ, ਅਤੇ ਤੁਸੀਂ ਉਹਦੇ ਵਿੱਚ ਗੰਦਗੀ ਸਾਫ਼ ਕਰ ਰਹੇ ਹੋ। ਉਹ ਨਹੀਂ ਬੋਲਦਾ ਜਿਹਦੀ ਪੱਗ ਲੱਥਦੀ ਆ, ਪਛਤਾਉਂਦਾ ਹੈ ਵੀ ਮੈਂ ਐਸਾ ਕੰਮ ਨਾ ਕਰਦਾ। 3 ਦਿਨ ਜੋੜ ਮੇਲਾ ਰਿਹਾ ਗੁਰੂ ਨਾਨਕ ਸਾਹਿਬ ਜੀ ਦਾ। ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਗਿਆ। 3 ਦਿਨ ਸਿੱਖਾਂ ਨੇ ਪਹਿਰਾ ਦਿੱਤਾ ਅਤੇ ਅਖੀਰਲੇ ਦਿਨ ਪੱਗਾਂ ਗਿਣੀਆਂ ਤਾਂ 700 ਗਿਣਤੀ ਹੋਈ ਵੀ 700 ਬੰਦੇ ਦੀਆਂ ਪੱਗਾਂ ਲੱਥੀਆਂ। ਧੋਬੀ ਕੋ ਧਵਾ ਕੇ ਪਹਿਲੀਆਂ ਵਿੱਚ ਮਿਲਾ ਕੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਜਿਹੜੇ ਮੁਖੀ ਸਿੱਖ ਸਨ ਉਹਨਾਂ ਨੂੰ ਸਿਰਪਾਓ ਬਖਸ਼ੇ ਹਨ। ਅਤੇ ਗੁਰੂ ਕਲਗੀਧਰ ਮਹਾਰਾਜ ਜਿਵੇਂ ਇੱਥੇ ਫਿਰ ਕਪਾਲ ਮੋਚਨ, ਰੇੜ ਮੋਚਨ, ਗੁਰਮਤਿ ਦਾ ਪ੍ਰਚਾਰ ਕਰਦਿਆਂ ਹੋਇਆਂ, ਕਿਉਂਕਿ ਕਈ ਕਹਿ ਦਿੰਦੇ ਵੀ ਕਮਾਲ ਮੋਚਨ ਨਾਲ ਸਾਡਾ ਕੀ ਸੰਬੰਧ ਹੈ, ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਨੇ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਵਾਲੇ ਬਚਨ ਇੱਥੇ ਮਹਾਰਾਜ ਨੇ ਉਚਾਰੇ ਸਨ ਪੰਡਤਾਂ ਦਾ ਭਰਮ ਤੋੜਦਿਆਂ। ਗੁਰੂ ਕਲਗੀਧਰ ਮਹਾਰਾਜ ਦੇ ਪਵਿੱਤਰ ਸਥਾਨ ਹਨ, ਇਸ ਕਰਕੇ ਉੱਥੇ ਜ਼ਰੂਰ ਦਰਸ਼ਨ ਕਰਨ ਮਹਾਰਾਜ ਦੇ ਸਥਾਨਾਂ 'ਤੇ ਜਾਣਾ ਚਾਹੀਦਾ। ਅਤੇ ਹਰ ਸਾਲ ਲੱਖਾਂ ਹੀ ਸਿੱਖ ਕੱਤਕ ਦੀ ਪੂਰਨਮਾਸ਼ੀ 'ਤੇ ਕਪਾਲ ਮੋਚਨ ਗੁਰਪੁਰਬ ਮਨਾਉਂਦੇ ਨੇ ਜਾ ਕੇ। ਸਾਹਿਬ ਜੀ ਇੱਥੇ ਕੌਤਕ ਕਰਕੇ ਫਿਰ ਵਾਪਸ ਪਾਉਂਟਾ ਸਾਹਿਬ ਆਣ ਕੇ ਟਿਕੇ ਹਨ। ਇੱਥੋਂ ਤੀਕਰ ਆਪਾਂ ਪਰਸੋਂ ਸਾਖੀ ਸੁਣੀ ਸੀ, ਅਤੇ ਜਿਹੜਾ ਕੱਲ੍ਹ ਪ੍ਰਸੰਗ ਆਪਾਂ ਸੁਣਿਆ ਸੀ ਉਹ ਪ੍ਰਸੰਗ ਅਸਲ 'ਚ ਸੁਣਿਆ ਨਹੀਂ ਸੰਗਤ ਨੇ, ਇਹ ਕੇਵਲ ਪੜ੍ਹਿਆ ਗਿਆ। ਉਹ ਸੰਗਤ ਦੀ ਮੰਗ ਦੇ ਕਾਰਨ ਦੁਬਾਰਾ ਫਿਰ ਉਹ ਸਾਖੀ ਆਪਾਂ ਕਹਿ ਕਹਾ ਰਹੇ ਹਾਂ। ਜਿਵੇਂ ਗੁਰੂ ਕਲਗੀਧਰ ਮਹਾਰਾਜ, ਬਾਬਾ ਰਾਮ ਰਾਏ, ਮਾਤਾ ਰਾਜ ਕੌਰ ਦੀ ਸਾਖੀ ਆਉਂਦੀ ਹੈ। ਸਰਵਣ ਕਰਨ ਤੋਂ ਪਹਿਲਾਂ ਆਓ ਇਕਾਗਰਤਾ ਬਖਸ਼ੋ। ਸਾਰੀਆਂ ਸਿੱਖ ਸੰਗਤਾਂ ਗੁਰੂ ਕਲਗੀਧਰ ਮਹਾਰਾਜ ਦੇ ਵੀਰ ਰਸੀ ਸਰੂਪ ਦਾ ਧਿਆਨ ਧਾਰੋ, ਰਸਨਾ ਕਰੋ, ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਵੇਂ ਫਿਰ ਪਾਉਂਟਾ ਸਾਹਿਬ ਦੀ ਧਰਤੀ 'ਤੇ ਜਦੋਂ ਵਾਪਸ ਆ ਗਏ ਅਤੇ ਇੱਥੇ ਆ ਕੇ ਮਹਾਰਾਜ ਸਾਹਿਬ ਪਾਉਂਟਾ ਸਾਹਿਬ ਵਿੱਚ ਨਿਵਾਸ ਕੀਤਾ ਹੈ। ਇੱਥੇ ਸਤਿਗੁਰੂ ਮਹਾਰਾਜ ਆਨੰਦ ਮੰਗਲ ਅਤੇ ਖੁਸ਼ੀਆਂ ਕਰ ਰਹੇ ਨੇ। ਮਹਾਰਾਜ ਸਾਹਿਬ ਜੀ ਦੇ ਦਲ ਵਿੱਚ ਬਹੁਤੇ ਘੋੜੇ ਹੋ ਗਏ ਨੇ, ਬਹੁਤੀ ਫੌਜ ਹੋ ਗਈ ਹੈ। 4 ਤਰ੍ਹਾਂ ਦੀ ਸੈਨਾ ਹੁੰਦੀ ਹੈ, ਗੈ, ਪੈਦਲ ਅਤੇ ਰਥ। ਹੈ ਘੋੜਿਆਂ 'ਤੇ ਚੜ੍ਹਨ ਵਾਲੇ ਸੂਰਮੇ, ਗੈ ਹਾਥੀਆਂ ਦੇ ਉੱਤੇ ਸਵਾਰ ਹੋ ਕੇ ਜੰਗ ਕਰਨ ਵਾਲੇ ਯੋਧੇ, ਅਤੇ ਫਿਰ ਪੈਦਲ ਚੱਲਣ ਵਾਲੀ ਫੌਜ, ਰਥਾਂ ਦੇ ਉੱਤੇ ਚੱਲਣ ਵਾਲੀ ਫੌਜ। 4 ਤਰ੍ਹਾਂ ਦੀ ਫੌਜ ਹੁੰਦੀ ਹੈ, ਪਰ ਕਲਗੀਧਰ ਮਹਾਰਾਜ ਨੇ ਜ਼ਿਆਦਾਤਰ 2 ਤਰ੍ਹਾਂ ਦੀ ਭਰਤੀ ਕੀਤੀ ਹੈ। ਇੱਕ ਮਹਾਰਾਜ ਸਾਹਿਬ ਦੇ ਕੋਲ ਘੋੜਿਆਂ ਵਾਲੀ ਫੌਜ ਹੈ, ਅਤੇ ਇੱਕ ਪੈਦਲ ਅੱਗੇ ਜਾ ਕੇ ਜੰਗ ਕਰਨ ਵਾਲੀ ਫੌਜ ਹੈ। ਕਹਿੰਦੇ ਵੀ ਬਹੁਤ ਸਾਰੇ ਘੋੜੇ ਅਤੇ ਬਹੁਤ ਸਾਰੇ ਮਹਾਰਾਜ ਦੇ ਸੂਰਮਿਆਂ ਦਾ ਦਲ ਬਣ ਗਿਆ ਹੈ। ਅਨੇਕਾਂ ਪ੍ਰਕਾਰ ਦੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਮੰਗਲ ਹੋ ਰਹੇ ਹਨ। ਦਿਨ ਪ੍ਰਤ ਸਦਾ ਹੀ ਹਰ ਰੋਜ਼ ਕਹਿੰਦੇ ਵੀ ਪਾਉਂਟਾ ਸਾਹਿਬ ਦੀ ਧਰਤੀ ਸੁਖਦਾਈ ਬਣੀ ਹੈ। ਸੁੱਖ ਦੇ ਦੇਣ ਵਾਲੇ ਮੰਗਲ ਉੱਥੇ ਹਮੇਸ਼ਾ ਕੀਤੇ ਜਾਂਦੇ ਹਨ। ਇੱਕ ਤਾਂ ਹੁੰਦਾ ਹੈ ਨਾ ਵੀ ਕਦੀ ਬੰਦਾ ਬੜਾ ਖੁਸ਼ ਹੁੰਦਾ ਹੈ ਅਤੇ ਕਈ ਵਾਰ ਕਈ ਦਿਨ ਦੁੱਖ 'ਚ ਲੰਘ ਜਾਂਦੇ ਆ, ਪਰ ਪਾਉਂਟਾ ਸਾਹਿਬ ਮਹਾਰਾਜ ਕਲਗੀਧਰ ਸਾਹਿਬ ਦੀ ਕਿਰਪਾ ਵਰਤ ਰਹੀ। ਕਹਿੰਦੇ ਸਦਾ ਹੀ ਮੰਗਲ ਹੁੰਦੇ ਨੇ, ਸਦਾ ਹੀ ਪਾਉਂਟਾ ਸਾਹਿਬ ਆਉਣ ਵਾਲਿਆਂ ਨੂੰ ਸੁੱਖ ਮਿਲਦਾ ਹੈ। ਜੇਤਾ ਕੇਤ ਜਿਧਰੋਂ ਕਿਧਰੋਂ ਭਾਵ ਕੇ ਉੱਤਰ ਦੱਖਣ ਪੂਰਬ ਪੱਛਮ 4 ਸਫੇਰਿਆਂ ਤੋਂ ਬੇਅੰਤੀ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਹਨ। ਮਹਾਰਾਜ ਸਾਹਿਬ ਜੀ ਦੇ ਲਈ ਬਸਤਰ ਲਿਆਉਂਦੇ ਨੇ, ਸਤਿਗੁਰਾਂ ਦੇ ਲਈ ਸ਼ਸਤਰ ਲੈ ਕੇ ਆਉਂਦੇ ਨੇ। ਬਹੁਤ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਅਰਪਣ ਕਰਦੇ, ਭੇਟਾ ਕਰਦੇ ਹਨ। ਸਿੱਖ ਫਿਰ ਬਹੁਤਾ ਹੀ ਮੁੱਲ ਖਰਚ ਕੇ ਬਹੁਤੇ ਕੀਮਤੀ ਤੁਰਕੀ ਦੇਸ਼ ਦੇ ਤਾਜੀ ਜਾਤੀ ਦੇ
ਘੋੜਿਆਂ ਦੀਆਂ ਵੀ ਜਾਤਾਂ ਹੁੰਦੀਆਂ ਨੇ, ਕਿਸਮਾਂ ਹੁੰਦੀਆਂ ਨੇ, ਪਸ਼ੂਆਂ ਦੀਆਂ। ਇਵੇਂ ਘੋੜੇ ਕਈ ਨਸਲਾਂ ਦੇ ਨੇ। ਕਹਿੰਦੇ ਵੀ ਤੁਰਕਾਨ ਦੇਸ਼ ਦੇ ਵਿੱਚੋਂ ਤੇ ਤਾਜੀ ਜਾਤੀ ਦੇ ਜਿਹੜੇ ਤਗੜੇ ਘੋੜੇ ਖਰੀਦ ਕੇ ਸਿੱਖ ਲਿਆਉਂਦੇ ਹਨ। ਆ ਜਿਹੜੇ ਘੋੜੇ ਬੜੇ ਚਪਲ ਚੰਚਲ ਹਨ, ਇੰਨੇ ਚੰਚਲ ਵੀ ਮਾਨੋ ਵੀ ਹਿਰਨ ਨੂੰ ਵੀ ਮਾਤ ਪਾਉਂਦੇ ਹੋਣ। ਹਿਰਨ ਜਿਹੜਾ ਹੈ ਨਾ, ਇਹ ਬੜਾ ਹੀ ਚੰਚਲ ਹੈ ਸਾਧ ਸੰਗਤ, ਬਹੁਤ ਹੀ ਤੇਜ਼ ਦੌੜਦਾ ਹੈ ਤੇ ਬੜਾ ਚੰਚਲ ਹੁੰਦਾ ਹੈ। ਤੇ ਕਹਿੰਦੇ ਵੀ ਇਹ ਹਿਰਨ ਨੂੰ ਵੀ ਮਾਤ ਪਾਉਂਦੇ ਨੇ, ਐਸੇ ਚਪਲ ਹਨ, ਚੰਚਲ ਨੇ ਘੋੜੇ। ਫਿਰ ਬਲੀ ਬਲ ਵਾਲੇ ਬੜੇ ਹਨ, ਬੜੇ ਬਲੀ ਘੋੜੇ ਹਨ। ਆਨੇ ਬਰ ਬਾਜੀ, ਐਵੇਂ ਬਰ ਸ੍ਰੇਸ਼ਟ ਜਿਹੜਾ ਬਹੁਤਾ ਵਧੀਆ ਤੋਂ ਵਧੀਆ ਘੋੜਾ ਹੁੰਦਾ, ਸਿੱਖ ਖਰੀਦ ਕੇ ਉਹ ਗੁਰੂ ਕਲਗੀਧਰ ਸਾਹਿਬ ਲਈ ਲੈ ਕੇ ਆਉਂਦੇ ਨੇ। ਕਿਉਂਕਿ ਸਾਰੇ ਜਗਤ ਦੇ ਵਿੱਚ ਸਾਰੇ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲੇ ਸਿੱਖਾਂ 'ਚ ਇਹ ਗੱਲ ਪ੍ਰਗਟ ਹੋ ਗਈ ਹੈ। ਸਭ ਨੂੰ ਗੁਰੂ ਗੋਬਿੰਦ ਸਿੰਘ ਬਾਰੇ ਇਸ ਗੱਲ ਦਾ ਪਤਾ ਲੱਗ ਗਿਆ ਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਘੋੜੇ ਤੇ ਹਥਿਆਰ ਸ਼ਸਤਰ ਚਾਹੁੰਦੇ ਨੇ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਹੀ ਮਰਿਆਦਾ ਸੀ। ਭਾਵੇਂ ਕਿ ਗੁਰੂ ਉੱਤੇ ਵੀ ਖੁਸ਼ ਹੁੰਦਾ ਹੈ ਵੀ ਜਿਹੜਾ ਇੱਕ ਫੁੱਲ ਵੀ ਲਿਆ ਕੇ ਭੇਟਾ ਕਰਦੇ, ਇੱਕ ਕੌਡੀ ਵੀ ਭਾਵਨਾ ਨਾਲ ਕੋਈ ਰੱਖੇ, ਗੁਰੂ ਉੱਤੇ ਵੀ ਪ੍ਰਸੰਨ ਹੁੰਦਾ ਹੈ। ਕੋਈ ਖਾਲੀ ਹੱਥ ਵੀ ਆ ਜਾਏ, ਜੇ ਉਹਦੇ ਕੋਲ ਕੁਝ ਨਹੀਂ ਹੈ, ਗੁਰੂ ਉੱਤੇ ਵੀ ਖੁਸ਼ ਹੁੰਦਾ ਏ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਜਿਹੜਾ ਘੋੜਾ ਤੇ ਜਿਹੜਾ ਸ਼ਸਤਰ ਚੰਗਾ ਲਿਆਊਗਾ ਉਹ ਤੇ ਅਸੀਂ ਜ਼ਿਆਦਾ ਖੁਸ਼ ਹੋਵਾਂਗੇ। ਉਹੀ ਮਰਿਆਦਾ ਦਸਵੇਂ ਪਾਤਸ਼ਾਹ ਦੀ ਹੈ ਵੀ ਜਿਹੜਾ ਘੋੜਾ ਲੈ ਕੇ ਆਉਂਦਾ ਏ, ਜਿਹੜਾ ਕੋਈ ਚੰਗਾ ਸ਼ਸਤਰ ਲੈ ਕੇ ਆਉਂਦਾ, ਕਿਉਂਕਿ ਇਹਨਾਂ ਦੀ ਲੋੜ ਹੈ। ਜੇ ਘੋੜੇ ਸ਼ਸਤਰ ਨਾ ਹੁੰਦੇ ਤਾਂ ਤੁਹਾਡੀ ਵੱਖਰੀ ਹੋਂਦ ਕਿਵੇਂ ਹੋਣੀ ਸੀ, ਉਹਨਾਂ ਸਦਕਾ ਹੀ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਿੱਖਾਂ ਨੂੰ ਪਤਾ ਲੱਗ ਗਿਆ, ਕਿਉਂਕਿ ਜਦੋਂ ਚੱਲਦੇ ਨੇ ਨਾ ਉਦੋਂ ਸਲਾਹ ਕਰਦੇ ਵੀ ਕੀ ਭੇਟਾ ਲੈ ਕੇ ਜਾਣੀ ਚਾਹੀਦੀ ਗੁਰਾਂ ਦੇ ਲਈ। ਫਿਰ ਸਿਆਣੇ ਸਿੱਖ ਕਹਿੰਦੇ ਵੀ ਭੇਟਾ ਦੇ ਜੋ ਮਰਜ਼ੀ ਲੈ ਜਾਓ, ਪਰ ਜੇ ਘੋੜਾ ਖੜਾਂਗੇ, ਸ਼ਸਤਰ ਖੜਾਂਗੇ, ਗੁਰੂ ਕਲਗੀਧਰ ਸਾਡੇ ਤੇ ਜ਼ਿਆਦਾ ਖੁਸ਼ ਹੋਣਗੇ। ਇਸ ਕਰਕੇ ਚੰਗੇ ਚੰਗੇ ਹਥਿਆਰ, ਚੰਗੇ ਚੰਗੇ ਘੋੜੇ ਮਹਾਰਾਜ ਚਾਹੁੰਦੇ ਹਨ। ਇਹ ਸਿੱਖਾਂ ਨੂੰ ਪਤਾ ਲੱਗ ਗਿਆ। ਇਹ ਸੁਣ ਕੇ ਜਿਹੜੇ ਸਿੱਖ ਆਉਂਦੇ ਨੇ ਪਾਉਂਟਾ ਸਾਹਿਬ ਦਰਸ਼ਨ ਕਰਨ, ਆਉਣ ਤੋਂ ਪਹਿਲਾਂ ਬੜਾ ਯਤਨ ਕਰਦੇ ਹੈ, ਬੜੀ ਭੱਜ ਦੌੜ ਕਰਕੇ ਚੰਗਾ ਘੋੜਾ ਤੇ ਚੰਗਾ ਸ਼ਸਤਰ ਲੱਭਦੇ ਹਨ। ਜਿੱਥੇ ਕਿੱਥੇ ਵੀ ਦੱਸ ਪੈਂਦੀ ਹੈ ਨਾ ਵੀ ਫਲਾਣੇ ਕੋ ਬੜਾ ਸੋਹਣਾ ਘੋੜਾ ਹੈ, ਉਹਨੂੰ ਬਹੁਤਾ ਧਨ ਦੇ ਕੇ ਘੋੜਾ ਖਰੀਦ ਕੇ ਲਿਆਉਂਦੇ ਨੇ ਗੁਰੂ ਮਹਾਰਾਜ ਦੇ ਲਈ। ਅਤੇ ਫਿਰ ਵਲਾਇਤ ਦੇਸ਼ ਤੋਂ ਬਹੁਤ ਹਥਿਆਰ ਲਾਉਂਦੇ ਨੇ, ਬਹੁਤ ਦੂਰ ਦੇਸ਼, ਇੱਧਰ ਟਰਕੀ ਆਦਿਕ, ਇਹਨਾਂ ਦੇਸ਼ਾਂ ਦੇ ਸ਼ਸਤਰ ਬੜੇ ਸੋਹਣੇ ਮੰਨੇ ਜਾਂਦੇ ਸਨ। ਉਧਰ ਟਰਕੀ, ਫਿਰ ਹਲਬ ਸ਼ਹਿਰ, ਜਨਾਬ ਸ਼ਹਿਰ ਹਨ, ਇਹਨਾਂ ਸ਼ਹਿਰਾਂ ਦੇ ਬਣੇ ਸ਼ਸਤਰ, ਉੱਥੇ ਬਹੁਤ ਸੋਹਣੇ ਹਥਿਆਰ ਵਲਾਇਤ ਦੇ ਵਿੱਚੋਂ ਖਰੀਦ ਕੇ ਸਿੱਖ ਲਿਆਉਂਦੇ। ਵਲਾਇਤ ਤੋਂ ਭਾਵ ਚੀਨ, ਜਾਪਾਨ, ਹੋਰ ਗਾਂਹ ਤੋਂ ਗਾਂਹ। ਗੁਰੂ ਕਲਗੀਧਰ ਸਾਹਿਬ ਦੀ ਬਾਣੀ ਪੜ੍ਹੀਏ ਤੇ ਉਹਦੇ ਵਿੱਚ ਪਿਸਟਲ ਸ਼ਬਦ ਵੀ ਵਰਤਿਆ ਮਹਾਰਾਜ ਨੇ। ਪਿਸਟਲ ਸ਼ਬਦ ਜਿਹੜਾ ਹੈ ਉਹ ਆਪਾਂ ਕਵਾਂਗੇ ਕਿਵੇਂ ਆ ਗਿਆ, ਕਿਉਂਕਿ ਵਿਦੇਸ਼ਾਂ ਤੋਂ ਵੀ ਸਿੱਖ ਸ਼ਸਤਰ ਮੰਗਾ ਕੇ ਲਿਆਉਂਦੇ ਸੀ ਨਾ। ਤੇ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਵਿਦੇਸ਼, ਜਿਹੜੇ ਅੰਗਰੇਜ਼ਾਂ ਦੇ ਦੇਸ਼ ਵਿੱਚ ਤਾਂ ਪਿਸਟਲ ਹੀ ਕਿਹਾ ਜਾਂਦਾ ਸੀ। ਮਹਾਰਾਜ ਦੇ ਲਈ ਪਿਸਤੌਲ, ਰਾਮ ਜੰਗਾ ਖਰੀਦ ਕਰਕੇ ਚੰਗੇ ਚੰਗੇ ਹੋਰ ਸ਼ਸਤਰ ਖਰੀਦ ਕੇ ਸਿੱਖ ਵਲਾਇਤੋਂ ਲਿਆਉਂਦੇ ਹਨ। ਆ ਵੇਖ ਲੈਂਦੇ ਨੇ ਵੀ ਸ਼ਸਤਰ ਸੋਹਣਾ ਹੈ, ਸ਼ਸਤਰ ਵਧੀਆ ਇਹ ਪਰਖਦੇ ਨੇ। ਫਿਰ ਜਿੰਨਾ ਅਗਲਾ ਧਨ ਮੰਗੇ ਕਹਿੰਦੇ ਬਹੁਤਾ ਧਨ ਖਰਚਦੇ ਨੇ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜੇ ਚੰਗੇ ਜੰਗੀ ਸ਼ਸਤਰ ਹੁੰਦੇ ਨੇ ਨਾ, ਇੱਕ ਤਾਂ ਨਕਲੀ ਵੀ ਹੁੰਦੇ ਆ। ਜੰਗੀ ਸ਼ਸਤਰ ਜਿਹੜੇ ਹੁੰਦੇ ਨੇ ਉਹਨਾਂ ਦਾ ਮੁੱਲ ਨਹੀਂ ਹੁੰਦਾ ਕੋਈ, ਉਹਨਾਂ ਦੀ ਤਾਂ ਪ੍ਰੇਮ ਭੇਟਾ ਹੀ ਹੁੰਦੀ ਆ। ਸ਼ਸਤਰਾਂ ਦਾ ਮੁੱਲ ਕੌਣ ਦੇ ਸਕਦਾ ਹੈ, ਜਿਹਦੇ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਥਮ ਭਗਉਤੀ ਸਿਮਰਕ ਹੈ। ਇਹ ਚੀਜ਼ ਮੁੱਲ ਖਰੀਦੀ ਜਾ ਸਕਦੀ ਹੈ ਵੀ ਜਿਹਨੂੰ ਗੁਰੂ ਕਲਗੀਧਰ ਸਾਹਿਬ ਪਹਿਲਾਂ ਚੇਤੇ ਕਰ ਰਹੇ ਨੇ, ਜਿਸ ਸ੍ਰੀ ਸਾਹਿਬ ਨੂੰ ਫੇਰ ਕਹਿੰਦੇ ਨੇ ਗੁਰੂ ਨਾਨਕ ਲਈ ਤੇ ਆਏ, ਉਹਦਾ ਮੁੱਲ ਕੋਈ ਨਹੀਂ ਹੈ, ਉਹਦੀ ਪ੍ਰੇਮ ਦੀ ਭੇਟਾ ਹੁੰਦੀ ਹੈ। ਤੇ ਸਿੱਖ ਜਿਹੜੇ ਨੇ ਜਿੰਨਾ ਵੀ ਧਨ ਖਰਚਣ ਦੇ ਵਿੱਚ ਆਉਂਦਾ ਹੈ, ਵੱਧ ਤੋਂ ਵੱਧ ਪ੍ਰੇਮ ਭੇਟਾ ਦੇ ਕੇ ਸੋਹਣਾ ਸ਼ਸਤਰ ਵੇਖ ਕੇ ਲਿਆਉਂਦੇ ਖਰੀਦ ਕੇ। ਤੇ ਜਦੋਂ ਆ ਕੇ ਗੁਰੂ ਕਲਗੀਧਰ ਮਹਾਰਾਜ ਦੇ ਅੱਗੇ ਅਰਪਣ ਕਰਦੇ ਨੇ, ਭੇਟਾ ਰੱਖਦੇ ਹਨ ਸ਼ਸਤਰ ਦੀ।
ਤੇ ਮਹਾਰਾਜ ਸਾਹਿਬ ਸ਼ਸਤਰ ਲਿਆਉਣ ਵਾਲੇ, ਘੋੜੇ ਲਿਆਉਣ ਵਾਲੇ ਸਿੱਖਾਂ ਦੇ ਗੰਭੀਰ ਬਹੁਤੀ ਖੁਸ਼ੀ ਦਿੰਦੇ ਨੇ। ਸੇਵਾ ਐਸੀ ਘੋੜਿਆਂ ਦੀ, ਸ਼ਸਤਰਾਂ ਦੀ ਕਰਨ ਵਾਲਾ ਗੁਰਾਂ ਕੋ ਬਹੁਤੀ ਖੁਸ਼ੀ, ਬਹੁਤੀ ਬਖਸ਼ਿਸ਼ ਲੈਂਦਾ ਹੈ। ਜਿਨ੍ਹਾਂ ਦੇ ਵਿੱਚੋਂ ਸੈਫ ਲੈ ਕੇ ਆਉਂਦੇ ਨੇ, ਇਹ ਹੁੰਦੀ ਤਾਂ ਕਿਰਪਾਨ ਦੀ ਇੱਕ ਕਿਸਮ ਹੈ, ਪਰ ਖੰਡੇ ਦੇ ਵਾਂਗ ਦੋ ਧਾਰੀ ਸਿੱਧੀ ਹੁੰਦੀ ਹੈ, ਤੇ ਕਿਰਪਾਨ ਦੇ ਨਾਲ ਵੀ ਪਤਲਾ ਸ਼ਸਤਰ ਹੁੰਦਾ ਹੈ ਸੈਫ। ਇਹ ਸੈਫ ਇਹ ਕਈ ਚੌੜੇ ਵੀ ਹੁੰਦੇ ਨੇ, ਜਿਵੇਂ ਇੱਕ ਕੇਸਗੜ੍ਹ ਸਾਹਿਬ ਸੈਫ ਸ਼ਸਤਰ ਦੇ ਜਿਹੜੇ ਦਰਸ਼ਨ ਕਰਾਏ ਜਾਂਦੇ ਹਨ, ਉਹ ਮੁਹੰਮਦ ਸਾਹਿਬ ਦੇ ਦੋਹਤਰੇ ਦਾ ਸ਼ਸਤਰ ਹੈ। ਉੱਥੇ ਉਹ ਬਹਾਦਰ ਸ਼ਾਹ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਸੀ। ਹਸਨ ਤੇ ਹੁਸੈਨ ਉਹਦੀ ਵਰਤੋਂ ਕਰਦੇ ਹੁੰਦੇ ਸਨ। ਬੀਬੀ ਫਾਤਮਾ ਦੇ ਪੁੱਤਰ ਤੇ ਮੁਹੰਮਦ ਸਾਹਿਬ ਜੀ ਦੇ ਦੋਹਤੇ ਲੱਗਦੇ ਸਨ, ਤੇ ਹਜ਼ਰਤ ਅਲੀ ਦੇ ਪੁੱਤਰ। ਉਹ ਸ਼ਸਤਰ ਫਿਰ ਉਹ ਮੱਕੇ ਕਾਬੇ ਤੋਂ ਔਰੰਗਜ਼ੇਬ ਨੂੰ ਮਿਲਿਆ ਸੀ। ਔਰੰਗਜ਼ੇਬ ਤੋਂ ਬਾਅਦ ਫਿਰ ਬਹਾਦਰ ਸ਼ਾਹ ਨੇ ਸਾਂਭਿਆ, ਤੇ ਬਹਾਦਰ ਸ਼ਾਹ ਨੇ ਮਹਾਰਾਜ ਸਾਹਿਬ ਦੀ ਇਹ ਪਰਉਪਕਾਰ ਜਾਣ ਕੇ ਵੀ ਮੈਨੂੰ ਰਾਜਗੁਰੂ ਕਲਗੀਧਰ ਸਾਹਿਬ ਨੇ ਦਵਾਇਆ ਹੈ, ਉਹ ਸ਼ਸਤਰ ਕੀਮਤੀ ਜਾਣ ਕੇ ਮਹਾਰਾਜ ਨੂੰ ਭੇਟਾ ਕਰ ਦਿੱਤਾ। ਤੇ ਅੱਜ ਕੱਲ੍ਹ ਤਖਤ ਕੇਸਗੜ੍ਹ ਸਾਹਿਬ ਦਰਸ਼ਨ ਕਰਾਉਂਦੇ ਆ। ਉਹ ਕਈ ਸੈਫ ਚੌੜੇ ਵੀ ਹੁੰਦੇ ਨੇ, ਪਰ ਇਹ ਕਿਰਪਾਨ ਦੀ ਹੀ ਇੱਕ ਕਿਸਮ ਹੈ, ਦੋਵੇਂ ਪਾਸਿਓਂ ਤਿੱਖਾ ਹੁੰਦਾ। ਫਿਰ ਚੰਗੀਆਂ ਚੰਗੀਆਂ ਬੰਦੂਕਾਂ ਲੈ ਕੇ ਆਉਂਦੇ ਨੇ, ਰਾਮ ਜੰਗੇ ਲੈ ਕੇ ਆਉਂਦੇ ਨੇ, ਤੇ ਤਲਵਾਰਾਂ ਲੈ ਕੇ ਆਉਂਦੇ ਨੇ। ਹਲੱਬ ਜਨੱਬ ਸ਼ਹਿਰ ਦੀਆਂ ਬਣੀਆਂ, ਜਿਹਨੂੰ ਹਲੱਬੀ ਜਨੱਬੀ ਇਸ ਤਰ੍ਹਾਂ ਮਹਾਰਾਜ ਨੇ ਨਾਮ ਵਰਤੇ ਹਨ। ਵਿਸ਼ਵੇ ਬਾਂਕ, ਬਾਂਕਾ ਕਹਿੰਦੇ ਨੇ ਟੇਢੇ ਬਣੇ ਵਿਸ਼ਵੇ ਹੁੰਦਾ। ਇੱਕ ਪ੍ਰਕਾਰ ਦਾ ਇਹ ਖੰਜਰ ਹੀ ਹੈ, ਪਰ ਇਹ ਟੇਢਾ ਜਿਹਾ ਹੁੰਦਾ, ਜਿਵੇਂ ਵਿਸ਼ੂ ਦਾ ਡੰਗ ਟੇਢਾ ਹੁੰਦਾ ਹੈ, ਤੇ ਦੋ ਧਾਰਾ ਬੜਾ ਤਿੱਖਾ ਹੁੰਦਾ। ਇਹ ਪੇਟੀ ਦਾ ਸ਼ਸਤਰ ਹੈ, ਇਹ ਕਮਰ ਕੱਸੇ ਦਾ ਸ਼ਸਤਰ ਹੈ, ਵੀ ਜੇ ਕੋਈ ਬਿਲਕੁਲ ਉੱਤੇ ਆ ਜਾਵੇ ਤਾਂ ਫਿਰ ਸੂਰਮੇ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦੇ ਕਹਿੰਦੇ ਵੀ ਟੇਢੇ ਵਿਸ਼ੂ ਦੇ ਡਾਂਗੇ ਅਰਗੇ ਦੋ ਧਾਰੇ ਵਿਸ਼ਵੇ ਲੈ ਕੇ ਆਉਂਦੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਕਿਹੜੇ ਕਿਹੜੇ ਸ਼ਸਤਰ ਦਾ ਨਾਮ ਗਿਣ ਕੇ ਦਸੀਏ। ਜੇ ਕਿਸੇ ਨੇ ਸ਼ਸਤਰਾਂ ਦੇ ਨਾਮ ਪੜ੍ਹਨੇ ਹੋਣ ਤਾਂ ਦਸਮ ਗ੍ਰੰਥ ਵਿੱਚੋਂ ਸ਼ਸਤਰ ਨਾਮ ਮਾਲਾ ਪੜ੍ਹ ਲਓ। ਜਿੰਨੇ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰਾਂ ਦੇ ਲਿਖੇ ਨੇ, ਕਿਸੇ ਵਿਦਵਾਨ ਜਾਂ ਸੂਰਮੇ ਨੇ ਨਹੀਂ ਲਿਖੇ। ਤੇ ਜੇ ਬਹੁਤੇ ਤਰ੍ਹਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਨੇ ਹੋਣ ਤਾਂ ਦੋ ਥਾਂ ਨੇ ਅੱਜ ਦੇ ਸਮੇਂ 'ਚ। ਸ਼ਸਤਰ ਤਾਂ ਬਹੁਤ ਥਾਵਾਂ 'ਤੇ ਨੇ, ਪਰ ਸਭ ਤੋਂ ਜ਼ਿਆਦਾ ਜੇ ਸ਼ਸਤਰ ਤਰ੍ਹਾਂ ਤਰ੍ਹਾਂ ਦੇ ਵੇਖਣੇ ਹੋਣ ਤਾਂ ਇੱਕ ਹਜ਼ੂਰ ਸਾਹਿਬ ਦਰਸ਼ਨ ਕਰੋ ਤਖਤ ਸਾਹਿਬ 'ਤੇ, ਉੱਥੇ ਸ਼ਸਤਰ ਅਨੇਕਾਂ ਪ੍ਰਕਾਰ ਦੇ ਉਹਨਾਂ ਸਾਂਭੇ ਨੇ। ਅਤੇ ਜਾਂ ਫਿਰ ਗੁਰਦੁਆਰਾ ਸ਼ਹੀਦੀ ਬਾਗ ਆਨੰਦਪੁਰ ਸਾਹਿਬ ਕਰੋ, ਉੱਥੇ ਬਹੁਤ ਸ਼ਸਤਰ ਬਾਬਾ ਗੁਰਦੇਵ ਸਿੰਘ ਜੀ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਕਿਸਮਾਂ ਦੇ ਇਕੱਠੇ ਕਰਕੇ ਰੱਖੇ ਨੇ। ਸ਼ਸਤਰਾਂ ਦੇ ਨਾਮ ਪੜ੍ਹਨੇ ਹੋਣ ਤਾਂ ਦਸਮ ਗ੍ਰੰਥ 'ਚੋਂ ਪੜ੍ਹੋ। ਸ਼ਸਤਰਾਂ ਦੇ ਬਹੁਤੇ ਤਰ੍ਹਾਂ ਦੇ ਦਰਸ਼ਨ ਕਰਨੇ ਹੋਣ ਹਜ਼ੂਰ ਸਾਹਿਬ ਦੇ ਸ਼ਹੀਦੀ ਬਾਗ ਕਰ ਸਕਦੇ ਹਾਂ। ਇੱਥੇ ਕਵੀ ਜੀ ਨੇ ਕਿਹਾ ਹੈ ਵੀ ਇੰਨੇ ਕਿਸਮਾਂ ਦੇ ਸ਼ਸਤਰ ਨੇ, ਕਿਹੜਾ ਕਹਿੰਦੇ ਵੀ ਗਿਣ ਕੇ ਦੱਸੇ ਉਹਨਾਂ ਦੇ ਨਾਮ। ਤੇ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਕੋਲ ਬਹੁਤ ਹੀ ਸੋਹਣੇ, ਬਹੁਤ ਹੀ ਸੁੰਦਰ ਸ਼ਸਤਰ ਸਿੱਖ ਲੈ ਕੇ ਆਉਂਦੇ ਹਨ। ਤੇ ਜਦੋਂ ਸਿੱਖ ਕੋਈ ਮਹਾਰਾਜ ਦੇ ਅੱਗੇ ਸ਼ਸਤਰ ਰੱਖਦਾ ਏ, ਮੱਥਾ ਟੇਕਦਾ, ਤਾਂ ਕਲਗੀਧਰ ਉਹਨੂੰ ਆਪਣੇ ਹੱਥ ਦੇ ਵਿੱਚ ਪਕੜ ਲੈਂਦੇ ਹਨ। ਲੋਹੇ ਦੀ ਪਰਖ ਕਰਦੇ ਨੇ ਤੇ ਚੰਗੀ ਤਰ੍ਹਾਂ ਵਹਿੰਦੇ ਨੇ। ਇਹ ਬੜੀ ਮੁਸ਼ਕਲ ਹੁੰਦੀ ਹੈ। ਜਿਹੜਾ ਚੰਗਾ ਫੌਲਾਦੀ ਸ਼ਸਤਰ ਜਾਂ ਜਿਹੜਾ ਬਹੁਤਾ ਵਧੀਆ ਸ਼ਸਤਰ ਬਣਿਆ ਨਾ, ਇਹਦੀ ਪਰਖ ਕਿਸੇ ਕਿਸੇ ਨੂੰ ਹੁੰਦੀ ਹੈ, ਹਰ ਕੋਈ ਨਹੀਂ ਪਰਖ ਸਕਦਾ। ਬਹੁਤੇ ਲੋਕਾਂ ਦੇ ਵਾਸਤੇ ਤਾਂ ਹਰ ਕੋਈ ਸ਼ਸਤਰ ਹੀ ਹੁੰਦਾ, ਪਰ ਇਹਨਾਂ ਦੇ ਵਿੱਚ ਵੀ ਸਾਧ ਸੰਗਤ ਸ਼ਸਤਰਾਂ ਦੀਆਂ ਵੀ ਕਈ ਕਿਸਮਾਂ ਨੇ। ਕਈ ਇਹੋ ਜਿਹੇ ਸ਼ਸਤਰ ਹਨ ਵੀ ਕਹਿੰਦੇ ਵੀ ਸਿਰ ਤੋਂ ਲੈ ਕੇ ਪੈਰਾਂ ਤੀਕਰ ਵੈਰੀ ਨੂੰ ਚੀਰ ਦਿੰਦੇ ਸਨ ਤੇ ਪਤਾ ਵੀ ਨਹੀਂ ਸੀ ਲੱਗਦਾ। ਜਿਵੇਂ ਸਾਬਣ ਦੀ ਗਾਚੀ ਨਹੀਂ ਕੋਈ ਚੀਰ ਦਿੰਦਾ, ਇੱਦਾਂ ਦੇ ਸ਼ਸਤਰ ਵੀ ਸੰਜੋਗ ਦੇ ਸਮੇਤ ਹੀ ਦੁਸ਼ਮਣ ਨੂੰ ਵੱਢ ਦਿੰਦੇ ਸਨ। ਸੋ ਇਸ ਤਰ੍ਹਾਂ ਇਹ ਵਧੀਆ ਵਧੀਆ ਕਿਸਮ ਦੇ ਸ਼ਸਤਰ ਗੁਰੂ ਕਲਗੀਧਰ ਮਹਾਰਾਜ ਜੀ ਲੋਹੇ ਦੀ ਪਰਖ ਕਰਦੇ ਨੇ ਵੀ ਕੈਸਾ ਸੋਹਣਾ ਬਣਿਆ ਹੈ। ਤੇ ਜਦੋਂ ਵੇਖ ਲੈਂਦੇ ਆ ਵੀ ਸ਼ਸਤਰ ਜੰਗੀ ਹੈ ਤੇ ਸ਼ਸਤਰ ਅਸਲੀ ਹੈ, ਫਿਰ ਸ਼ਲਾਘਾ ਕਰਦੇ ਨੇ, ਲਿਆਉਣ ਵਾਲੇ ਨੂੰ ਥਾਪੜਾ ਦਿੰਦੇ ਨੇ ਤੇ ਸ਼ਸਤਰ ਨੂੰ ਮਹਾਰਾਜ ਮਿਆਨ ਚੋਂ ਕੱਢ ਕੇ ਦੇ ਮੱਥੇ ਨਾਲ ਲਾ ਕੇ ਮੱਥਾ ਟੇਕਦੇ ਨੇ, ਕਿਉਂਕਿ ਗੁਰੂ ਕਲਗੀਧਰ ਦਾ ਮੰਨਣਾ ਹੈ ਯਹ ਹਮਾਰੇ ਪੀਰ, ਵੀ ਇਹ ਸ਼ਸਤਰ ਸਾਡੇ ਪੀਰ ਹਨ।
ਤੇ ਜਿਹੜਾ ਗੁਰੂ ਕਾ ਸਿੱਖ ਸ਼ਸਤਰ ਲਿਆਉਂਦਾ ਹੈ ਉਹਨੂੰ ਮਹਾਰਾਜ ਬਹੁਤ ਹੀ ਖੁਸ਼ੀ ਦਿੰਦੇ, ਬਹੁਤੇ ਵਾਰ ਬਖਸ਼ਦੇ ਨੇ। ਬਹੁਤ ਹੀ ਨਿਹਾਲ ਨਿਹਾਲ ਸਿੱਖਾ, ਨਿਹਾਲ ਗੁਰੂ ਤੇਰੇ ਦੇ ਖੁਸ਼ ਹੋਇਆ, ਇੱਦਾਂ ਬਚਨ ਕਰਦੇ ਨੇ। ਸੋ ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਕਲਗੀਧਰ ਮਹਾਰਾਜ ਜਿਵੇਂ ਸ਼ਸਤਰਾਂ ਦੀ ਪਰਖ ਕਰਦੇ ਆ, ਜਿਹੜਾ ਕੋਈ ਘੋੜਾ ਲੈ ਕੇ ਆਉਂਦਾ ਏ ਤਿਮ ਹੀ ਤਰਲ, ਉਸੇ ਤਰ੍ਹਾਂ ਜਿਹੜੇ ਚੰਚਲ ਘੋੜੇ ਨੇ ਉਹ ਵੀ ਵੇਖਦੇ ਹਨ ਵੀ ਕਿਹੜਾ ਘੋੜਾ ਜੰਗ ਦੇ ਵਿੱਚ ਕੰਮ ਆਉਣ ਵਾਲਾ ਹੈ। ਤੇ ਜਿਹੜਾ ਵੀ ਘੋੜਾ ਲੈ ਕੇ ਆਉਂਦਾ ਉਹ 'ਤੇ ਵੀ ਮਹਾਰਾਜ ਬੜੀਆਂ ਖੁਸ਼ੀਆਂ ਕਰਦੇ ਨੇ। ਜਾਂ ਤੇ ਚਿੱਤ ਮੈਂ ਚੌਂਬ ਚਾਹਨ, ਤੇ ਇਸ ਕਰਕੇ ਜਿਹੜੇ ਸਿੱਖ ਨੇ ਚਿੱਤ ਦੇ ਵਿੱਚ ਬੜਾ ਚਾਉ ਧਾਰਦੇ ਨੇ ਵੀ ਗੁਰੂ ਸ਼ਸਤਰ ਤੇ ਘੋੜਿਆਂ ਤੇ ਰੀਝਦਾ ਹੈ। ਜਿੱਥੋਂ ਕਿੱਥੋਂ ਕਹਿੰਦੇ ਧਨਵਾਨ ਸਿੱਖ ਬਹੁਤਾ ਧਨ ਖਰਚ ਕੇ ਘੋੜੇ ਸ਼ਸਤਰ ਲਿਆਉਂਦੇ ਹਨ। ਇਹ ਪਾਉਂਟਾ ਸਾਹਿਬ ਗੁਰੂ ਦਰਬਾਰ ਵਿੱਚ ਨਿਤਾ ਪ੍ਰਤੀ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਦਰਸ਼ਨ ਭਲਾਖੀ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕਲਗੀਧਰ ਜੀ ਦੇ ਕੋਲ ਆਉਂਦੇ ਹਨ। ਮਹਾਰਾਜ ਕੋਲ ਵਰ ਲੈਂਦੇ ਨੇ ਤੇ ਕਾਮਨਾ ਪੂਰੀਆਂ ਕਰਦੇ ਨੇ। ਮਹਾਰਾਜ ਵਰ ਦਿੰਦੇ ਨੇ। ਵਰ ਦੇਣਾ ਇਹ ਹੁੰਦਾ ਵੀ ਜਿਵੇਂ ਕਿਸੇ ਨੇ ਆਖਣਾ ਮਹਾਰਾਜ ਮੇਰਾ ਆਹ ਦੁੱਖ ਹੈ, ਸਾਹਿਬ ਕਹਿਣਾ ਕੋਈ ਨਹੀਂ, ਨਾਮ ਜਪਿਆ ਕਰ, ਗੁਰੂ ਨਾਨਕ ਤੇਰੇ ਦੁੱਖ ਕੁੱਲਾਂ ਦੇ ਕੱਟ ਦੇਣਗੇ, ਤੇਰਾ ਇੱਕ ਕੀ। ਕਹਿੰਦੇ ਤੇਰੇ ਇਕੱਲੇ ਦਾ ਦੁੱਖ ਨਹੀਂ, ਤੇਰੀ 21 ਕੁਲਾਂ ਦਾ ਦੁੱਖ ਕੱਟਿਆ ਜਾਊਗਾ, ਨਾਮ ਜਪਿਆ ਕਰ। ਐਵੇਂ ਮਹਾਰਾਜ ਵਰ ਬਖਸ਼ਦੇ ਨੇ। ਤੇਰੀ ਬੰਸ ਵਧੇਗੀ, ਤੇਰੀ ਫਸਲਵਾੜੀ ਵਧੀਆ ਹੋਊ, ਮਾਲ ਮਨੁੱਖੀ ਸੁੱਖ ਹੋਵੇਗਾ। ਤੇ ਸਿੱਖ ਭਾਵਨਾ ਪੂਰੀਆਂ ਕਰਕੇ ਖੁਸ਼ ਹੁੰਦੇ ਹਨ ਵਰ ਲੈ ਕੇ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕਰਦਿਆਂ ਸਿੱਖ ਰੱਜਦੇ ਹੀ ਨਹੀਂ ਹੈ, ਭੁੱਖ ਦੂਰ ਹੀ ਨਹੀਂ ਹੁੰਦੀ। ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਸਰੂਪ ਵੇਖਦੇ ਨੇ ਤੇ ਵੇਖੀ ਜਾਂਦੇ ਨੇ। ਚਿੱਤ ਕਰਦਾ ਹੈ ਵੀ ਮਹਾਰਾਜ ਦੇ ਦਰਸ਼ਨ ਕਰੀ ਜਾਈਏ, ਕਰੀ ਜਾਈਏ। ਸਮੇਂ ਨਾਲ ਉੱਠਣਾ ਪੈਂਦਾ ਹੈ ਪਰ ਤ੍ਰਿਪਤੀ ਨਹੀਂ ਆਉਂਦੀ, ਅੰਦਰ ਰੱਜ ਨਹੀਂ ਆਉਂਦਾ। ਮਨ ਕਹਿੰਦਾ ਹੈ ਵੀ ਮਹਾਰਾਜ ਦੇ ਦਰਸ਼ਨ ਹੀ ਕਰੀਏ ਸਦਾ। ਇਸ ਤਰ੍ਹਾਂ ਕਵੀ ਜੀ ਕਹਿੰਦੇ ਇੱਦਾਂ ਤਾਂ ਪਾਉਂਟਾ ਸਾਹਿਬ ਦੀ ਧਰਤੀ 'ਤੇ ਹੋ ਰਿਹਾ ਹੈ ਵੀ ਚੰਗੇ ਸ਼ਸਤਰ ਬਸਤਰ ਘੋੜੇ ਆਉਂਦੇ ਨੇ ਤੇ ਮਹਾਰਾਜ ਦੇ ਦਰਬਾਰ ਵਿੱਚ ਇੱਦਾਂ ਰੌਣਕਾਂ ਲੱਗੀਆਂ। ਪਰ ਕਹਿੰਦੇ ਹੁਣ ਜਿਹੜੀ ਥੋੜ੍ਹੀ ਜਿਹੀ ਕਥਾ ਹੈ ਨਾ, ਇਹ ਕਹਿ ਦੇਣੀ ਬਣਦੀ ਆ। ਬਾਬਾ ਰਾਮ ਰਾਏ ਦਾ ਜਿਵੇਂ ਸੱਚਖੰਡ ਨੂੰ ਜਾਣਾ ਹੋਇਆ, ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨਾਂ ਅਨੁਸਾਰ ਵੀ ਤੂੰ ਜਿਉਂਦਿਆਂ ਸੜੇਗਾ ਮਰੇਗਾ, ਉਹ ਬਚਨ ਜਿਵੇਂ ਪੂਰੇ ਹੋਣੇ ਸੀ। ਜਿਵੇਂ ਰਾਮ ਰਾਏ ਜੀ ਦਾ ਚਾਲਾ ਹੋਇਆ, ਕਹਿੰਦੇ ਵੀ ਥੋੜ੍ਹੀ ਹੁਣ ਰਾਮ ਰਾਏ ਜੀ ਦੀ ਕਥਾ ਸੁਣ ਲਵੋ। ਹੇ ਸਰੋਤਾ ਜਨੋ, ਜਿਵੇਂ ਰਾਮ ਰਾਏ ਤੇ ਬੀਤੀ ਨਾ ਉਹ ਗੱਲ ਸੁਣੋ, ਕਹਿੰਦੇ ਧਿਆਨ ਨਾਲ। ਕਹਿੰਦੇ ਵੀ ਇੱਕ ਰਾਂ ਇਹ ਸਮਾਂ ਇਹ ਬਣਿਆ ਰਾਮ ਰਾਏ ਦਾ ਚੜ੍ਹਾਈ ਕਰਨ ਦਾ, ਵੀ ਇਹਦਾ ਕੋਈ ਜਿਹੜਾ ਇਹਨੂੰ ਮੰਨਣ ਵਾਲਾ ਸੇਵਕ ਸੀ ਉਹਦੇ ਉੱਤੇ ਕੋਈ ਭੀੜ ਪੈ ਗਈ, ਕੋਈ ਬਿਪਤਾ ਪੈ ਗਈ ਤੇ ਉਹਨੇ ਰਾਮ ਰਾਏ ਨੂੰ ਚੇਤੇ ਕੀਤਾ। ਤੇ ਹੈਗਾ ਬਹੁਤ ਕਿਤੇ ਦੂਰ ਹੀ ਸੀ, ਵੀ ਨੇੜੇ ਹੁੰਦਾ ਤੇ ਕੋਲ ਆ ਜਾਂਦਾ, ਬਹੁਤ ਦੂਰ ਸੀ ਤੇ ਸਰੀਰ ਕਰਕੇ ਉੱਥੇ ਜਾਣਾ ਜਿਹੜਾ ਸੀ ਨਾ ਛੇਤੀ ਮੁਸ਼ਕਲ ਸੀ। ਤੇ ਉਹਨੇ ਬਹੁਤ ਹੀ ਅਧੀਰਜਤਾ ਦੇ ਸਹਿਤ ਬਹੁਤ ਹੀ ਕਹਿੰਦੇ ਦੁਖੀ ਹੋਏ ਨੇ, ਭੀੜ ਪਈ ਤੋਂ ਬਾਬੇ ਰਾਮ ਰਾਏ ਜੀ ਨੂੰ ਚੇਤੇ ਕੀਤਾ। ਤੇ ਚਿੱਤ ਮੈਂ ਚਾਹਤ ਬਾਬਾ ਰਾਮ ਰਾਏ, ਕਿਉਂਕਿ ਗੁਰੂ ਘਰ ਦੇ ਵਿੱਚੋਂ ਗੁਰੂ ਸੁਪੁੱਤਰ ਹੈ ਤੇ ਸ਼ਕਤੀਆਂ ਕਰਾਮਾਤਾਂ ਦਾ ਮਾਲਕ ਹੈ। ਗੁਰੂ ਹਰਿ ਸਾਹਿਬ ਜੀ ਨੇ ਕਿਹਾ ਸੀ ਤੇਰੀ ਰਸਨਾ ਤੇ ਅਸੀਂ ਵਸਾਂਗੇ, ਜਿਸ ਕਰਕੇ ਬਾਬਾ ਰਾਮ ਰਾਏ ਜੀ ਨੇ ਉਹਦੇ ਸਿੱਖ ਦੀ ਅਰਦਾਸ ਸੁਣ ਲਈ। ਤੇ ਚਿੱਤ ਵਿੱਚ ਚਾਹੁੰਦਾ ਏ ਵੀ ਇਹਨੇ ਮੈਨੂੰ ਚੇਤੇ ਕੀਤਾ, ਮੈਂ ਇਹਦੀ ਸਹਾਇਤਾ ਕਰਾਂ, ਇਹਦੀ ਮਦਦ ਕਰਾਂ ਜਾ ਕੇ। ਆਪਣਾ ਸੇਵਕ ਜਾਣ ਕੇ, ਸੇਵਕ ਤੇ ਬਿਪਤਾ ਪਈ ਜਾਣ ਕੇ ਰਾਮ ਰਾਏ ਦੇ ਕੋਲ ਰਹਿਆ ਨਹੀਂ ਜਾਂਦਾ। ਵੀ ਇਹ ਨਹੀਂ ਇਹਦੇ ਕੋਲ ਹੈ ਵੀ ਚਲੋ ਮੈਂ ਕੀ ਕਰਨਾ ਜਾ ਕੇ, ਵੀ ਭੀੜ ਪਈ ਹੈ ਤੇ ਪਈ ਰਵੇ, ਮੈਂ ਕੀ ਕਰਾਂ, ਇੱਦਾਂ ਦਾ ਖਿਆਲ ਰਾਮ ਰਾਏ ਦੇ ਮਨ 'ਚ ਨਹੀਂ ਹੈ। ਦਿਲ ਕਰਦਾ ਏ ਵੀ ਮੈਂ ਜਾ ਕੇ ਉਹਦੀ ਮਦਦ ਕਰ ਦੇਵਾਂ। ਤੇ ਜਦੋਂ ਰਾਮ ਰਾਏ ਜੀ ਕਹਿੰਦੇ ਵੀ ਚੱਲੇ ਨੇ ਨਾ ਉਹਦੀ ਮਦਦ ਕਰਨ ਵਾਸਤੇ, ਉਹ ਤੋਂ ਪਹਿਲਾਂ ਹੋਰ ਕਵੀ ਜੀ ਕਹਿੰਦੇ ਵੀ ਤੁਹਾਨੂੰ ਦੱਸਦੇ ਐ ਵੀ ਰਾਮ ਰਾਏ ਦੀਆਂ 4 ਇਸਤਰੀਆਂ ਸਨ, 4 ਘਰ ਵਾਲੀਆਂ ਸਨ।
ਆ ਜਿਹੜੀ ਰਾਜ ਕੌਰ ਸੀ ਇਹਨਾਂ ਚੌਵਾਂ ਚੋਂ ਵੱਡੀ ਸੀ। ਇੱਕ ਦਾ ਨਾਮ ਰਾਜ ਕੌਰ, ਦੂਜੀ ਦਾ ਨਾਂ ਜਿਉਣ ਕੌਰ, ਤੀਜੀ ਦਾ ਨਾਂ ਮਾਨ ਕੌਰ, ਚੌਥੀ ਦਾ ਨਾਂ ਪੰਜਾਬ ਕੌਰ। ਇਵੇਂ 4 ਬਾਬੇ ਰਾਮ ਰਾਏ ਦੇ ਘਰੋਂ ਮਾਈਆਂ ਸਨ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਰਾਜ ਕੌਰ ਹੈ। ਉਹ ਕਹਿੰਦੇ ਵੀ ਕਿਸੇ ਕਾਰਨ ਇੱਕ ਦਿਨ ਆਪਣੇ ਪਤੀ ਬਾਬਾ ਰਾਮ ਰਾਏ ਨਾਲ ਲੜ ਪਈ ਬਹੁਤਾ, ਕਹਿੰਦੇ ਵੀ ਉਹਦਾ ਲੜਾਈ ਝਗੜਾ ਜਿਹਾ ਵਿਗਾੜ ਜਿਹਾ ਪੈ ਗਿਆ। ਤੇ ਕਵੀ ਜੀ ਕਹਿੰਦੇ ਵੀ ਰਾਮ ਰਾਏ ਜੀ ਜਦੋਂ ਸਿੱਖ ਦੀ ਮਦਦ ਕਰਨ ਗਏ ਨਾ, ਉਹ ਕਥਾ ਕਹਿੰਦੇ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ। ਉਹ ਤੋਂ ਪਹਿਲਾਂ ਰਾਜ ਕੌਰ ਦੀ ਕਥਾ ਦੱਸ ਦੇਣਾ ਵੀ ਜਿਹੜੀ ਵੱਡੀ ਪਤਨੀ ਸੀ ਵੀ ਉਹ ਰਾਮ ਰਾਏ ਨਾਲ ਲੜ ਕੇ ਕਿੱਥੇ ਗਈ ਤੇ ਫਿਰ ਉਹਨੇ ਕੀ ਕੀਤਾ। ਆ ਕਹਿੰਦੇ ਵੀ ਜਿਸ ਦਿਨ ਬਾਬੇ ਰਾਮ ਰਾਏ ਦੇ ਨਾਲ ਉਹ ਝਗੜਾ ਜਿਹਾ ਹੋਇਆ, ਰਾਮ ਰਾਏ ਨੇ ਵੀ ਮਾੜਾ ਚੰਗਾ ਕਿਹਾ ਤੇ ਬੀਬੀ ਰਾਜ ਕੌਰ ਬਹੁਤ ਗੁੱਸੇ ਵਿੱਚ ਆ ਗਈ ਤੇ ਦਿਲ ਦੇ ਵਿੱਚ ਗੁੱਸਾ ਰੱਖ ਕੇ ਤੇ ਇੱਦਾਂ ਸੋਚਦੀ ਵਿਚਾਰਦੀ ਹੈ ਵੀ ਮੇਰਾ ਤਾਂ ਹੁਣ ਰਾਮ ਰਾਏ ਦੇ ਕੋਲ ਇਹ ਪਤੀ ਦੇ ਨਾਲ ਰਹਿਣਾ ਵਸੇਬਾ ਨਹੀਂ ਹੋ ਸਕਦਾ, ਇੱਥੇ ਹੁਣ ਮੇਰਾ ਰਹਿਣਾ ਔਖਾ ਹੈ। ਤੇ ਰਾਮ ਰਾਏ ਨੂੰ ਕਹਿਣ ਲੱਗੀ ਹੇ ਪਤੀ ਰਾਮ ਰਾਏ, ਮੈਂ ਹੁਣ ਤੇਰੇ ਨਾਲੋਂ ਇਕਾਂਤ ਵਿੱਚ ਜਾਣਾ ਚਾਹੁੰਦੀ ਹਾਂ, ਵੱਖ ਹੋ ਕੇ ਤੇ ਰੱਬ ਦੇ ਗੁਣ ਗਾਵਾਂਗੀ। ਕੀ ਖੱਟਣਾ ਇੱਥੇ ਰਹਿ ਕੇ, ਪਰਮੇਸ਼ਰ ਦੀ ਮੈਂ ਬੰਦਗੀ ਕਰਨਾ ਚਾਹੁੰਦੀ ਹਾਂ, ਇਕਾਂਤ ਵਿੱਚ ਰਹਾਂਗੀ ਤੇ ਬੈਠੀ ਹੋਈ ਰੱਬ ਦੇ ਗੁਣ ਗਾਵਾਂਗੀ। ਤੇ ਹੇ ਪਤੀ ਹੇ ਰਾਮ ਰਾਏ ਜੀ, ਤੇਰੇ ਤੋਂ ਵੱਖਰੀ ਹੋ ਗਈ ਮੈਂ ਸਾਰੀ ਆਪਣੀ ਜਿਹੜੀ ਉਮਰ ਬਤੀਤ ਕਰਾਂਗੀ, ਸਾਰੀ ਉਮਰ ਰੱਬ ਰੱਬ ਕਰਾਂਗੀ। ਹੁਣ ਜਦੋਂ ਇਹਨੇ ਇਦਾਂ ਕਿਹਾ ਤਾਂ ਬਾਬੇ ਰਾਮ ਰਾਏ ਨੇ ਹੁਜਤ ਜਿਹਾ ਕਰਦਿਆਂ, ਤਰਕ ਜਿਹਾ ਕਰਦਿਆਂ ਇਹਨੂੰ ਤੇ ਕਹਿਣ ਲੱਗੇ ਵੀ ਇਹ ਰਾਜ ਕੌਰ ਵੀ ਤੂੰ ਕਹਿੰਦੀ ਐ ਵੀ ਮੈਂ ਇੱਥੇ ਦੇਹਰਾਦੂਨ ਨਹੀਂ ਰਹਿਣਾ, ਵੀ ਵੱਖਰੀ ਹੋ ਕੇ ਵਸਣਾ ਚਾਹੁੰਦੀ ਹੈ ਤੂੰ, ਪਰ ਤੂੰ ਦੱਸ ਵੀ ਕਿੱਥੇ ਜਾ ਕੇ ਵਸੇਂਗੀ। ਜੇ ਜਾਵੇਂਗੀ ਜਿੱਥੇ ਵੀ ਜਾਵੇਂਗੀ ਮੇਰੇ ਸੇਵਕਾਂ ਕੋਈ ਜਾਵੇਂਗੀ ਨਾ, ਤੇ ਇਹਦੇ ਨਾਲੋਂ ਚੰਗਾ ਵੀ ਚੁੱਪ ਕਰਕੇ ਇੱਥੇ ਹੀ ਬੈਠੀ ਖਾਈ ਪੀ ਜਾ। ਤੇ ਜੇ ਇੱਥੋਂ ਜਾਵੇਂਗੀ ਜਿੱਥੇ ਕੋਈ ਮੈਨੂੰ ਮੰਨਣ ਵਾਲਾ ਸਿੱਖ ਹੋਵੇਗਾ, ਜਿੱਥੇ ਕੋਈ ਮੇਰਾ ਸੇਵਕ ਹੋਵੇਗਾ, ਆ ਉੱਥੇ ਬਹਿ ਕੇ ਤੂੰ ਆਪਣਾ ਗੁਜ਼ਾਰਾ ਕਰੇਂਗੀ। ਵੀ ਮੈਂ ਰਾਮ ਰਾਏ ਦੀ ਵੱਡੀ ਪਤਨੀ ਆ, ਮਹਿਲ ਹੈ ਤੇ ਮੇਰੇ ਸਿੱਖ ਤੈਨੂੰ ਮਾਇਆ ਚੜਾਇਆ ਕਰਨਗੇ। ਕਹਿੰਦੇ ਇਹੀ ਆ ਫਿਰ ਵੀ ਇੱਥੋਂ ਜਾ ਕੇ ਕਿਹੜਾ ਤੂੰ ਕੋਈ ਆਪਣਾ ਕੰਮ ਕਰ ਲੈਣਾ, ਮੇਰੇ ਸਿੱਖਾਂ ਕੋਈ ਖਾਵੇਂਗੀ ਲੈ ਕੇ, ਕਿਉਂਕਿ ਹੋਰ ਤੂੰ ਕਿਹੜੇ ਥਾਂ ਜਾ ਸਕਦੀ ਹੈ ਵੀ ਜਿੱਥੇ ਕੋਈ ਤੈਨੂੰ ਜਾਣਦਾ ਨਾ ਹੋਵੇ। ਆ ਮੈਨੂੰ ਪਤਾ ਹੈ ਰਾਮ ਰਾਏ ਕਹਿੰਦਾ ਵੀ ਜੇ ਤੂੰ ਇੱਥੋਂ ਮੇਰੇ ਨਾਲੋਂ ਵੱਖ ਵੀ ਹੋਵੇਂਗੀ ਤਾਂ ਜਿੱਥੇ ਵੀ ਜਾਵੇਂਗੀ ਨਾ ਮੇਰੇ ਸਿੱਖਾਂ ਕੋਲੋਂ ਹੀ ਆਪਣੀ ਪੂਜਾ ਕਰਾਏਂਗੀ। ਜਿਹੜੇ ਮੈਨੂੰ ਰਾਮ ਰਾਏ ਨੂੰ ਮੰਨਦੇ ਪੂਜਦੇ ਨੇ ਨਾ, ਉਹਨਾਂ ਦੇ ਕੋਲੋਂ ਤੂੰ ਆਪਣੀ ਪੂਜਾ ਕਰਾਵੇਂਗੀ ਤੇ ਉੱਥੇ ਜਾ ਕੇ ਵੀ ਮੇਰੇ ਸਿੱਖਾਂ ਦਾ ਹੀ ਖਾਣਾ। ਤੇ ਇਹਦੇ ਨਾਲੋਂ ਚੰਗਾ ਹੈ ਵੀ ਇੱਥੇ ਹੀ ਬਹਿ ਕੇ ਜਿੱਦਾਂ ਖਾਣੀ ਹੈ ਤੇ ਚੁੱਪ ਕਰਕੇ ਗੁਜ਼ਾਰਾ ਕਰੀ ਜਾ, ਕਿਉਂਕਿ ਹੋਰ ਤੇਰੇ ਵਿੱਚ ਕਿਹੜਾ ਕੋਈ ਮੇਰੇ ਵਾਂਗੂ ਕੋਈ ਕਰਾਮਾਤ ਹੈ ਵੀ ਮੇਰੇ ਵਾਂਗੂ ਤੂੰ ਸ਼ਕਤੀ ਰੱਖਦੀ ਹੈ ਵੀ ਜਿਹੜਾ ਤੂੰ ਉਸ ਸ਼ਕਤੀ ਦਾ ਸਦਕਾ ਆਪਣੇ ਸਿੱਖ ਬਣਾਵੇਂਗੀ ਤੇ ਉਹਨਾਂ ਦਾ ਉਧਾਰ ਕਰੇਂਗੀ। ਇਹ ਬਾਬੇ ਰਾਮ ਰਾਏ ਨੇ ਕਿਹਾ ਵੀ ਮੇਰੇ ਤਾਂ ਸ਼ਕਤੀਆਂ ਨੇ, ਮੈਨੂੰ ਤਾਂ ਸਿੱਖ ਪੂਜਦੇ ਮੰਨਦੇ ਨੇ, ਮੈਂ ਤੇ ਉਹਨਾਂ ਦਾ ਉਧਾਰ ਵੀ ਕਰਦਾ, ਪਰ ਇਹ ਰਾਜ ਕੌਰ ਜੇ ਤੂੰ ਮੇਰੇ ਤੋਂ ਵੱਖ ਹੋਈ ਤਾਂ ਤੇਰੇ 'ਚ ਕਿਹੜੀ ਕੋਈ ਸ਼ਕਤੀ ਹੈ ਵੀ ਜਿਹੜਾ ਤੇਰੀ ਸ਼ਕਤੀ ਕਰਕੇ ਤੈਨੂੰ ਆ ਕੇ ਕੋਈ ਸਿੱਖ ਸੇਵਕ ਬਣ ਕੇ ਪੂਜੇਗਾ, ਵੀ ਕਿਹੜਾ ਤੂੰ ਆਪਣੇ ਸੇਵਕਾਂ ਦਾ ਉਧਾਰ ਕਰ ਸਕਦੀ ਹੈ। ਜਦੋਂ ਰਾਮ ਰਾਏ ਦੇ ਕੋਲੋਂ ਇੱਦਾਂ ਸੁਣਿਆ ਤਾਂ ਰਾਜ ਕੌਰ ਬਹੁਤ ਗੁੱਸੇ ਵਿੱਚ, ਬੜੇ ਕ੍ਰੋਧ ਦੇ ਵਿੱਚ ਆ ਗਈ ਤੇ ਆਪਣੇ ਮੁਖ ਤੋਂ ਬੜੇ ਕਠੋਰ ਬਚਨ ਫਿਰ ਰਾਮ ਰਾਏ ਨੂੰ ਕਹਿ ਕੇ ਸੁਣਾਏ। ਕਹਿਣ ਲੱਗੀ ਵੀ ਰਾਮ ਰਾਏ ਇਹ ਪਤੀ ਜੇ ਤੈਨੂੰ ਇਹ ਮਾਣ ਹੈ ਨਾ ਵੀ ਤੇਰੇ ਸਿੱਖਾਂ ਕੋਈ ਮੈਂ ਲੈ ਕੇ ਪੂਜਾ ਖਾਵਾਂਗੀ, ਤਾਂ ਮੇਰਾ ਵੀ ਪ੍ਰਣ ਹੋਇਆ, ਮੈਂ ਵੀ ਹੱਠ ਕਰਦੀ ਹਾਂ, ਪ੍ਰਣ ਕਰਦੀ ਹਾਂ ਵੀ ਜਿਹੜੇ ਪਿੰਡ ਵਿੱਚ, ਜਿਹੜੇ ਸ਼ਹਿਰ ਦੇ ਵਿੱਚ ਤੈਨੂੰ ਗੁਰੂ ਮੰਨਣ ਵਾਲਾ ਕੋਈ ਤੇਰਾ ਸਿੱਖ ਹੋਵੇਗਾ,
ਮੈਂ ਉਸ ਪਿੰਡ ਵਿੱਚ, ਉਸ ਸ਼ਹਿਰ ਦੇ ਵਿੱਚ ਆਪਣਾ ਨਿਵਾਸ ਹੀ ਨਹੀਂ ਕਰਾਂਗੀ, ਉੱਥੇ ਆਪਣਾ ਘਰ ਹੀ ਨਹੀਂ ਬਣਾਵਾਂਗੀ। ਜਿਹੜੇ ਥਾਂ ਤੇ ਤੇਰਾ ਕੋਈ ਨਾਮ ਨਾ ਜਾਣੇ, ਤੇਰਾ ਕੋਈ ਸਿੱਖ ਨਾ ਹੋਵੇ, ਤੇਰਾ ਕੋਈ ਦਾਸ ਨਾ ਹੋਵੇਗਾ, ਉੱਥੇ ਕਹਿੰਦੀ ਵੀ ਮੈਂ ਆਪਣਾ ਘਰ ਬਣਾ ਕੇ ਤੇ ਨਿਵਾਸ ਕਰਾਂਗੀ, ਆਪਣਾ ਸਮਾਂ ਬਤੀਤ ਕਰਾਂਗੀ। ਸੋ ਇਸ ਪ੍ਰਕਾਰ ਬੜੇ ਰੋਸ ਵਿੱਚ ਆ ਕੇ ਰਾਜ ਕੌਰ ਨੇ ਗੁੱਸੇ ਦੇ ਵਿੱਚ ਆਈ ਹੈ, ਤੇ ਗੁੱਸੇ ਦੇ ਵਿੱਚ ਆ ਕੇ ਰਾਮ ਕੌਰ ਨੂੰ ਕਿਹਾ ਹੈ ਵੀ ਮੈਂ ਤੇਰੇ ਸਿੱਖਾਂ ਸੇਵਕਾਂ ਦੇ ਪਿੰਡ 'ਚ ਹੀ ਨਹੀਂ ਵਸਾਂਗੀ, ਜਿੱਥੇ ਤੈਨੂੰ ਕੋਈ ਜਾਣੇ ਨਾ ਉੱਥੇ ਜਾ ਕੇ ਵਸਾਂਗੀ। ਇੱਦਾਂ ਕਹਿ ਕੇ ਤੇ ਆਪਣਾ ਜਿਹੜਾ ਡੇਰਾ ਸੀ, ਜੋ ਕੋਈ ਸਾਜੋ ਸਮਾਨ ਸੀ, ਉਹ ਰਾਜ ਕੌਰ ਨੇ ਇਕੱਠਾ ਕਰਾ ਲਿਆ। ਤੇ ਜਿਹੜੇ ਕੋਈ ਦਾਸ ਨਾਲ ਸਨ, ਉਹ ਸੇਵਕ ਨਾਲ ਲੈ ਲਏ। ਲੈ ਕਛ ਦਾਸ ਚਲੀ ਗਏ ਔਰਾ, ਤੇ ਕਹਿੰਦੇ ਪਹਾੜਾਂ ਵਾਲੇ ਪਾਸੇ ਨੂੰ, ਪਹਾੜਾਂ ਦੇ ਨੇੜੇ ਨੇੜੇ, ਪਹਾੜਾਂ ਦੇ ਕੰਢੇ ਕੰਢੇ ਰਾਜ ਕੌਰ ਚੱਲ ਪਈ। ਤੇ ਪਹਾੜਾਂ ਦੀਆਂ ਜੜ੍ਹਾਂ ਹਨ, ਜਿੱਥੇ ਪਹਾੜਾਂ ਦੀਆਂ ਜੜ੍ਹਾਂ ਦੇ ਵਿੱਚ, ਪਹਾੜਾਂ ਦੇ ਕਹਿੰਦੇ ਬਿਲਕੁਲ ਨੇੜੇ ਨੇੜੇ ਪਹਾੜੀ ਇਲਾਕੇ 'ਚ ਆਪਣਾ ਵਸਣ ਦੇ ਲਈ ਥਾਂ ਲੱਭਦੀ ਹੋਈ ਜਾ ਰਹੀ ਹੈ। ਵੱਡਾ ਸੋਚ ਜਿਹੜਾ ਉਹਨੇ ਬੰਨੇ ਹੈ। ਸੋ ਇਸ ਤਰ੍ਹਾਂ ਕਹਿੰਦੇ ਵੀ ਰਾਜ ਕੌਰ ਜੋ ਹੈ ਉਹ ਜਾ ਰਹੀ ਹੈ, ਆਪਣੇ ਕੁਝ ਨਾਲ ਸੇਵਕ ਲੈ ਲਏ ਨੇ, ਕੁਝ ਆਪਣੇ ਨੇ ਦਾਸ ਨਾਲ ਲਏ ਨੇ, ਤੇ ਪਹਾੜਾਂ ਦੀਆਂ ਜੜ੍ਹਾਂ ਦੇ ਵਿੱਚ, ਪਹਾੜਾਂ ਦੇ ਬਿਲਕੁਲ ਹੇਠਾਂ ਜੰਗਲਾਂ ਦੇ ਵਿੱਚੋਂ ਦੀ ਹੁੰਦੀ ਹੋਈ ਜਾ ਰਹੀ ਹੈ। ਅਤੇ ਰਾਤ ਪੈਂਦੀ ਹੈ ਨਾ ਜਦੋਂ, ਉਦੋਂ ਪਹਾੜਾਂ ਦੇ ਵਿੱਚ ਹੀ ਜਿਹੜਾ ਕੋਈ ਨਿੱਕਾ ਮੋਟਾ ਨਗਰ ਆਉਂਦਾ, ਉੱਥੇ ਵਸਣ ਦੇ ਵਾਸਤੇ ਰਾਤ ਉਤਰਦੀ ਹੈ। ਤੇ ਜਦੋਂ ਮਾਤਾ ਰਾਜ ਕੌਰ ਰਾਤ ਉਤਰਦੀ ਵਿਸ਼ਰਾਮ ਕਰਦੀ ਹੈ, ਤਾਂ ਜਿਹੜੇ ਸਿੱਖ ਕੋਈ ਉੱਥੇ ਵਸਦੇ ਨੇ, ਉਹ ਸੁਣ ਕੇ ਆਉਂਦੇ ਨੇ ਵੀ ਬਾਬਾ ਰਾਮ ਕੌਰ ਜੋ ਹੈ, ਉਹਦੀ ਵੱਡੀ ਘਰ ਵਾਲੀ ਰਾਜ ਕੌਰ ਸਾਡੇ ਪਿੰਡ ਵਿੱਚ ਆਈ ਹੈ। ਤੇ ਉਹ ਜਥਾ ਸ਼ਕਤ ਜਿੰਨਾ ਕੁ ਕੋਈ ਬਲ ਪੈਂਦਾ ਹੈ, ਭੇਟਾ ਲੈ ਕੇ ਤੇ ਰਾਜ ਕੌਰ ਨੂੰ ਮੱਥਾ ਟੇਕਦੇ ਨੇ। ਨਾਲੇ ਕਹਿੰਦੇ ਨੇ ਵੀ ਅਸੀਂ ਰਾਮ ਰਾਏ ਦੇ ਸਿੱਖ ਹਾਂ, ਤੁਹਾਡੇ ਵੀ ਸੇਵਕ ਹਾਂ। ਤੇ ਜਦੋਂ ਰਾਜ ਕੌਰ ਬੀਬੀ ਵੇਖਦੀ ਹੈ ਨਾ ਵੀ ਇਹ ਤਾਂ ਰਾਮ ਰਾਏ ਨੂੰ ਮੰਨਣ ਵਾਲੇ ਲੋਕ ਨੇ, ਉਹ ਰਾਤ ਆਪਣੀ ਉੱਥੇ ਕੱਟ ਕੇ ਉਸ ਪਿੰਡ ਦੇ ਵਿੱਚੋਂ ਆਪਣਾ ਡੇਰਾ ਕੂਚ ਕਰਾ ਕੇ ਤੇ ਅੱਗੇ ਕਿਤੇ ਹੋਰ ਚਲੇ ਜਾਂਦੀ ਹੈ, ਕਿਉਂਕਿ ਪ੍ਰਣ ਕੀਤਾ ਹੈ ਨਾ ਵੀ ਜਿੱਥੇ ਰਾਮ ਰਾਏ ਨੂੰ ਮੰਨਣ ਵਾਲਾ ਜਾਂ ਕੋਈ ਜਾਣਨ ਵਾਲਾ ਹੋ, ਉੱਥੇ ਮੈਂ ਰਹਿਣਾ ਨਹੀਂ ਹੈ। ਤੇ ਨਾ ਹੀ ਭੇਟਾ ਲੈਂਦੀ ਹੈ। ਜੇ ਕੋਈ ਕਿਸੇ ਨੇ ਭੇਟਾ ਚੜਾ ਦਿੱਤੀ, ਕੋਈ ਮੱਥਾ ਟੇਕਤਾ, ਤੇ ਉਹ ਵੀ ਉਹਨਾਂ ਨੂੰ ਵਾਪਸ ਕਰ ਦਿੰਦੀ ਵੀ ਮੈਂ ਨਹੀਂ ਤੁਹਾਡਾ ਕੁਝ ਲੈਣਾ, ਤੁਸੀਂ ਆਪਣੇ ਗੁਰੂ ਰਾਮ ਰਾਏ ਨੂੰ ਜਾ ਕੇ ਮੱਥਾ ਟੇਕਿਓ। ਸੋ ਇਸ ਤਰ੍ਹਾਂ ਕਿਤੇ ਕਿਤੇ ਪਹਾੜਾਂ ਦੇ ਵਿੱਚ ਚੱਲਦਿਆਂ ਹੋਇਆਂ ਦੇਹਰਾਦੂਨ ਤੋਂ ਇੱਧਰ ਨੂੰ ਆ ਰਹੀ ਹੈ ਜੋ ਰਾਜ ਕੌਰ ਬੀਬੀ ਹੈ। ਅਤੇ ਜਿੱਥੇ ਕਿਤੇ ਰਾਤ ਦਾ ਸਮਾਂ ਪੈਂਦਾ ਏ, ਕੋਈ ਨਗਰ ਥਾਂ ਵੇਖ ਕੇ ਰਾਤ ਬਤੀਤ ਕਰਨ ਵਾਸਤੇ ਵੱਸਦੀ ਹੈ। ਉਹ ਥਾਂ ਲੱਭਦੀ ਫਿਰਦੀ ਹੈ ਜਿੱਥੇ ਰਾਮ ਰਾਏ ਨੂੰ ਜਾਣਨ ਵਾਲਾ, ਮੰਨਣ ਵਾਲਾ ਕੋਈ ਸਿੱਖ ਸੇਵਕ ਨਾ ਹੋਵੇ। ਇੱਦਾਂ ਬਹੁਤ ਹੀ ਪਿੰਡਾਂ ਵਿੱਚ, ਬਹੁਤ ਹੀ ਸ਼ਹਿਰਾਂ ਵਿੱਚ ਫਿਰ ਫਿਰ ਕੇ ਰਾਜ ਕੌਰ ਨੇ ਵੇਖਿਆ। ਇਵੇਂ ਚੱਲਦਿਆਂ ਚੱਲਦਿਆਂ ਕਹਿੰਦੇ ਵੀ ਦੇਹਰਾਦੂਨ ਤੋਂ ਬਹੁਤ ਹੀ ਦੂਰ ਆ ਗਈ ਹੈ। ਜਿਹੜੇ ਥਾਂ ਦੇ ਕੋਈ ਸਿੱਖਾਂ ਦਾ ਜੂਥ ਮਿਲਦਾ ਹੈ ਨਾ, ਭਾਵ ਕਿ ਜਥਾ ਜਿਹਾ, ਟੋਲਾ ਜਿਹਾ ਬਣ ਕੇ ਆਉਂਦੇ ਨੇ, ਜਿਨ੍ਹਾਂ ਨੂੰ ਪਤਾ ਲੱਗਦਾ ਹੈ ਵੀ ਇਹ ਰਾਮ ਕੌਰ ਦੀ ਵੱਡੀ ਘਰ ਵਾਲੀ ਹੈ, ਉਹ ਜਿੱਥੇ ਕੋਈ ਸਿੱਖ ਮਿਲ ਕੇ ਆਉਂਦੇ ਨੇ ਤੇ ਉੱਥੇ ਬੀਬੀ ਰਾਜ ਕੌਰ ਨਹੀਂ ਰਹਿੰਦੀ, ਉੱਥੋਂ ਝੱਟ ਹੀ ਅੱਗੇ ਨੂੰ ਚੱਲ ਪੈਂਦੀ ਆ। ਬਸ ਰਾਤ ਕੱਟਣ ਦੇ ਲਈ ਜ਼ਰੂਰ ਡੇਰਾ ਕਰ ਲੈਂਦੀ ਹੈ, ਪਰ ਦਿਨ ਹੋਇਆ ਫਿਰ ਅੱਗੇ ਤੋਂ ਅੱਗੇ ਚੱਲਦੀ ਜਾ ਰਹੀ ਹੈ। ਕਵੀ ਜੀ ਕਹਿੰਦੇ ਚੱਲਦਿਆਂ ਚੱਲਦਿਆਂ ਉਸ ਥਾਂ ਤੇ ਰਾਜ ਕੌਰ ਆ ਗਈ, ਜਿੱਥੇ ਮਨਸਾ ਦੇਵੀ ਮੰਦਿਰ ਹੈ। ਇੱਧਰ ਇਹ ਪੰਚਕੂਲੇ ਸ਼ਹਿਰ ਦੇ ਵਿੱਚ ਹੁਣ ਪੈਂਦਾ ਏ।
ਚੰਡੀਗੜ੍ਹ ਤੋਂ ਪਰੇ। ਕਹਿੰਦੇ ਵੀ ਜਿੱਥੇ ਮਨਸਾ ਦੇਵੀ, ਇਹ ਹਿੰਦੂ ਮਨਸਾ ਦੇਵੀ ਮਾਤਾ ਮੰਦਰ ਕਹਿੰਦੇ ਨੇ, ਜਿੱਥੇ ਕਿ ਮੰਦਰ ਬਣਿਆ ਇਹਦੇ ਨੇੜੇ ਰਾਜ ਕੌਰ ਆ ਗਈ। ਆ ਮਨੀ ਮਾਜਰਾ ਨਗਰ ਹੈ ਉਸ ਮਨਸਾ ਦੇਵੀ ਦੇ ਮੰਦਰ ਦੇ ਨੇੜੇ। ਆ ਉੱਥੇ ਜਾ ਕਰਕੇ ਮਨੀ ਮਾਜਰੇ ਦੇ ਵਿੱਚ ਰਾਜ ਕੌਰ ਨੇ ਕਹਿੰਦੇ ਆਪਣਾ ਡੇਰਾ ਕੀਤਾ, ਉਤਾਰਾ ਕੀਤਾ। ਤੇ ਜਦੋਂ ਰਾਜ ਕੌਰ ਉਤਰੀ ਆ ਨਾ ਤਾਂ ਮਨੀ ਮਾਜਰੇ ਦੇ ਲੋਕਾਂ ਨੇ ਵੇਖਿਆ ਵੀ ਕੋਈ ਓਪਰਾ ਜਿਹਾ ਬੰਦਾ ਆਇਆ ਹੈ। ਤੇ ਪੁਰਾਣੇ ਸਮੇਂ ਕਿਉਂਕਿ ਪਿੰਡਾਂ ਥਾਵਾਂ ਦੇ ਲੋਕਾਂ ਨੂੰ ਆਏ ਦੀ ਖਬਰ ਹੁੰਦੀ ਸੀ ਵੀ ਇਹ ਸਾਡੇ ਪਿੰਡ ਦਾ ਨਹੀਂ, ਉਹ ਸਾਰੇ ਇਕੱਠੇ ਹੋ ਕੇ ਉੱਥੇ ਆ ਗਏ ਤੇ ਆ ਕੇ ਪੁੱਛਣ ਲੱਗੇ। ਤੇ ਜਿਹੜੇ ਬੰਦੇ ਸਨ ਨਾ ਉਹ ਮਨੁੱਖ ਕੌਣ ਇਹ ਬੂਝਿਓ ਆਨ, ਕਹਿੰਦੇ ਵੀ ਉਹਨਾਂ ਨੇ ਆ ਕੇ ਪੁੱਛਿਆ ਵੀ ਇਹ ਕੌਣ ਹੈ ਵੀ ਜਿਹਨੂੰ ਤੁਸੀਂ ਲੈ ਕੇ ਇੱਥੇ ਡੇਰਾ ਲਾ ਕੇ ਬਹਿ ਗਏ ਹੋ, ਸਾਡੇ ਪਿੰਡ ਦੀ ਹੱਦ ਵਿੱਚ ਬੈਠੇ ਹੋ। ਤੇ ਮਾਨਵ ਮਿਲੇ ਕਿਤਕ ਤੇ ਸਥਾਨ, ਕਿੰਨੇ ਹੀ ਕਹਿੰਦੇ ਬੰਦੇ ਇਕੱਠੇ ਹੋ ਗਏ, ਇੱਕ ਦੂਜੇ ਨੂੰ ਵੇਖੋ ਵੇਖੀ ਕਿੰਨੇ ਹੀ ਆ ਗਏ। ਤੇ ਸਾਰੇ ਇਕੱਠੇ ਹੋ ਕਰਕੇ ਤੇ ਜਿਹੜੇ ਨਾਲ ਸੇਵਕ ਨੇ ਨਾ ਰਾਜ ਕੌਰ ਮਾਤਾ ਦੇ, ਉਹਨਾਂ ਨੂੰ ਪੁੱਛਦੇ ਹਨ ਵੀ ਇਹ ਕੌਣ ਹਨ ਤੇ ਤੁਸੀਂ ਇੱਥੇ ਕਿਉਂ ਡੇਰਾ ਕੀਤਾ ਆਪਣਾ। ਉਹ ਕਹਾਰ ਸਨ ਬੀਬੀ ਰਾਜ ਕੌਰ ਦੇ ਉਸ ਡੋਲੇ ਨੂੰ ਕਹਿ ਲਓ ਵੀ ਪਾਲਕੀ ਨੂੰ ਮੋਢਾ ਦੇਣ ਵਾਲੇ। ਉਹ ਕਹਿਣ ਲੱਗੇ ਉਹਨਾਂ ਬੰਦਿਆਂ ਦੇ ਤਾਈ, ਕਹਿਣ ਲੱਗੇ ਤੁਸੀਂ ਨਹੀਂ ਜਾਣਦੇ ਇਹ ਜਿਹੜਾ ਰਾਮ ਰਾਏ ਗੁਰੂ ਹੈ, ਇਹ ਰਾਮ ਰਾਏ ਦੀ ਵੱਡੀ ਪਤਨੀ ਰਾਜ ਕੌਰ ਹੈ ਤੇ ਇਹ ਤੁਹਾਡੇ ਇਸ ਮਨੀ ਮਾਜਰੇ ਨਗਰ ਦੇ ਵਿੱਚ ਆਪਣਾ ਘਰ ਬਣਾ ਕੇ ਵਸਣਾ ਚਾਹੁੰਦੀ, ਇੱਥੇ ਰਹਿਣਾ ਚਾਹੁੰਦੀ ਹੈ। ਇਹਦੇ ਦਿਲ ਦੇ ਵਿੱਚ ਭਾਵਨਾ ਹੈ ਵੀ ਆਹ ਨਗਰ ਸੋਹਣਾ ਹੈ ਵੀ ਇੱਥੇ ਮੈਂ ਆਪਣਾ ਘਰ ਟਿਕਾਣਾ ਬਣਾ ਲਵਾਂ। ਜਦੋਂ ਇਹ ਕੁਹਾਰਾਂ ਕੋਲੋਂ ਸੁਣਿਆ ਨਾ ਵੀ ਇਹ ਗੁਰੂ ਰਾਮ ਰਾਏ ਦੀ ਪਤਨੀ ਹੈ ਤਾਂ ਜਿਹੜੇ ਮਨੀ ਮਾਜਰੇ ਦੇ ਲੋਕ ਸਨ ਉਹਨਾਂ ਸੁਣ ਕੇ ਅਨਾਦਰ ਕੀਤਾ, ਅੱਗੋਂ ਅਨਾਦਰੀ ਦੇ ਬਚਨ ਕਹੇ। ਕਹਿਣ ਲੱਗੇ ਉਹ ਕਿਹੜੇ ਰਾਮ ਰਾਏ ਦੀ ਗੱਲ ਕਰਦੇ, ਕਿਹੜਾ ਰਾਮ ਰਾਏ, ਕਿਹੜਾ ਗੁਰੂ। ਕਹਿੰਦੇ ਅਸੀਂ ਨਹੀਂ ਕਿਸੇ ਨੂੰ ਮੰਨਦੇ, ਕਿਸੇ ਦੇ ਭਾਵਨਾ ਰੱਖਦੇ, ਇਸ ਕਰਕੇ ਬਿਲਕੁਲ ਇੱਥੇ ਸਾਡੇ ਪਿੰਡ ਵਿੱਚ ਕਹਿੰਦੇ ਡੇਰਾ ਨਾ ਲਾਇਓ। ਇਹ ਹੋਊ ਰਾਮ ਰਾਏ ਦੀ ਘਰ ਵਾਲੀ, ਪਰ ਇੱਥੇ ਨਹੀਂ ਅਸੀਂ ਰਹਿਣ ਦੇਣਾ। ਛੇਤੀ ਦੇ ਨਾਲ ਡੇਰਾ ਚੁੱਕੋ ਤੇ ਕਿਸੇ ਹੋਰ ਪਾਸੇ ਨੂੰ ਜਾਵੋ, ਹੋਰ ਥਾਂ ਲੱਭੋ। ਅਸੀਂ ਨਹੀਂ ਕਹਿੰਦੇ ਰਾਮ ਰਾਏ ਨੂੰ ਮੰਨਦੇ, ਹੋਊਗਾ ਕਿਸੇ ਪਾਸੇ ਦਾ ਗੁਰੂ ਹੋਵੇਗਾ, ਪਰ ਅਸੀਂ ਨਹੀਂ ਕਿਸੇ ਨੂੰ ਜਾਣਦੇ, ਸਾਡੀ ਨਹੀਂ ਕੋਈ ਭਾਵਨਾ। ਜਦੋਂ ਸਾਧ ਸੰਗਤ ਇਹ ਗੱਲ ਕਹੀ ਨਾ ਮਨੀ ਮਾਜਰੇ ਦੇ ਲੋਕਾਂ ਨੇ, ਇਹਨਾਂ ਦੇ ਭਾਵੇਂ ਨਰਾਦਰੀ ਕੀਤੀ ਹੈ ਵੀ ਇੱਥੇ ਨਹੀਂ ਅਸੀਂ ਠਹਿਰਨ ਦੇਣਾ, ਕੋਈ ਰਾਮ ਰਾਏ ਨੂੰ ਅਸੀਂ ਨਹੀਂ ਜਾਣਦੇ। ਪਰ ਇਹ ਗੱਲ ਸੁਣ ਕੇ ਬੀਬੀ ਰਾਜ ਕੌਰ ਬਹੁਤ ਹੀ ਖੁਸ਼ ਹੋਈ ਹੈ। ਤਾਂ ਇਹਨੇ ਮਨ ਵਿੱਚ ਜਾਣਿਆ ਵੀ ਆਹ ਥਾਂ ਮੇਰੇ ਵਸਣ ਦੇ ਯੋਗ ਹੈ, ਕਿਉਂਕਿ ਪ੍ਰਣ ਕਰਕੇ ਆਈ ਸੀ ਨਾ। ਰਾਮ ਰਾਏ ਨੇ ਤਰਕ ਮਾਰੀ ਸੀ ਰਵੇਂਗੀ ਤੇ ਉੱਥੇ ਹੀ ਜਾ ਕੇ ਜਿੱਥੇ ਮੇਰੇ ਸਿੱਖ ਹੋਣਗੇ। ਤੇ ਇਹਨੇ ਕਿਹਾ ਸੀ ਜਿੱਥੇ ਤੇਰਾ ਕੋਈ ਨਾਮ ਹੀ ਨਾ ਜਾਣਦਾ ਹੋਊਗਾ, ਸਿੱਖ ਤਾਂ ਦੂਰ ਦੀ ਗੱਲ, ਮੈਂ ਰਹੂੰਗੀ ਉੱਥੇ। ਜਦੋਂ ਮਨੀ ਮਾਜਰੇ ਦੇ ਲੋਕਾਂ ਨੇ ਕਿਹਾ ਵੀ ਅਸੀਂ ਨਹੀਂ ਕਿਸੇ ਰਾਮ ਰਾਏ ਨੂੰ ਜਾਣਦੇ ਜੂਣਦੇ, ਤਾਂ ਖੁਸ਼ ਹੋ ਕੇ ਰਾਜ ਕੌਰ ਨੇ ਨਿਰਣਾ ਕੀਤਾ ਵੀ ਇਹ ਮੇਰੇ ਠਹਿਰਨ ਵਾਸਤੇ ਸੋਹਣਾ ਨਗਰ ਹੈ। ਇਸ ਨਗਰ ਦੇ ਵਿੱਚ ਕੋਈ ਵੀ ਰਾਮ ਰਾਏ ਨੂੰ ਗੁਰੂ ਮੰਨਣ ਵਾਲਾ ਨਹੀਂ ਹੈ, ਕੋਈ ਵੀ ਉਹਦਾ ਸਿੱਖ ਨਹੀਂ ਹੈ। ਇੱਥੇ ਕਹਿੰਦੀ ਬੈਠ ਕੇ ਤੇ ਮੈਂ ਭਵਿੱਖ ਦੀ ਸਾਰੀ ਉਮਰ ਜਿਹੜੀ ਆਪਣੀ ਰੱਬ ਰੱਬ ਕਰਦਿਆਂ ਬੰਦਗੀ ਕਰਦਿਆਂ ਬਤੀਤ ਕਰਾਂਗੀ। ਜਿਹੜੇ ਨਾਲ ਵਿਰੋਧ ਕਰਦੇ ਸਨ ਵੀ ਆਪਣਾ ਡੇਰਾ ਚੁੱਕੋ, ਅਸੀਂ ਰਹਿਣ ਨਹੀਂ ਦੇਣਾ, ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਸਮਝਾਇਆ ਵੀ ਪਤਨੀ ਤਾਂ ਜ਼ਰੂਰ ਰਾਮ ਰਾਏ ਦੀ ਹੈ, ਪਰ ਇਹ ਵੀ ਉਹਨੂੰ ਗੁਰੂ ਨਹੀਂ ਮੰਨਦੀ ਤੁਹਾਡੇ ਵਾਂਗ, ਇਹ ਵੀ ਉਹਦੇ ਨਾਲ ਲੜ ਕੇ ਹੀ ਆਈ ਹੈ, ਤੇ ਇਸ ਕਰਕੇ ਇਹਨੂੰ ਇੱਥੇ ਵਸ ਲੈਣ ਦਿਓ। ਜਿਵੇਂ ਕਿਵੇਂ ਕਰਕੇ ਉਹਨਾਂ ਲੋਕਾਂ ਨੂੰ ਸਮਝਾਇਆ। ਤੇ ਇੱਥੇ ਕਹਿੰਦੇ ਫਿਰ ਮਨੀ ਮਾਜਰੇ ਆਪਣਾ ਜਿਹੜਾ ਡੇਰਾ ਹੈ ਉਹ ਬੀਬੀ ਰਾਜ ਕੌਰ ਨੇ ਜਮਾ ਲਿਆ। ਇਹ ਮਨੀ ਮਾਜਰੇ ਸੜਕ ਦੇ ਇੱਕ ਪਾਸੇ ਪੰਚਕੂਲਾ ਸ਼ਹਿਰ ਵਸਦਾ ਹੈ, ਜਦੋਂ ਇੱਧਰੋਂ ਜਾਈਏ ਸੱਜੇ ਪਾਸੇ, ਖੱਬੇ ਪਾਸੇ ਮਨੀ ਮਾਜਰਾ ਵਸਦਾ ਹੈ।
ਤੇ ਬਿਲਕੁਲ ਚੰਡੀਗੜ੍ਹ ਦੀ ਹੱਦ ਦੇ ਉੱਤੇ ਇਹ ਨਗਰ ਵੱਸਦਾ ਹੈ ਮਨੀ ਮਾਜਰਾ। ਪਹਿਲਾਂ ਪੰਜਾਬ ਖੇਤਰ ਦਾ ਹਿੱਸਾ ਸੀ, ਹੁਣ ਚੰਡੀਗੜ੍ਹ ਦੇ ਵਿੱਚ ਆਉਣ ਕਰਕੇ ਪੰਜਾਬ ਦੇ ਨਾਲੋਂ ਇਹ ਟੁੱਟ ਗਿਆ ਹੈ ਤੇ ਬੜਾ ਸੋਹਣਾ ਸ਼ਹਿਰ ਬਣ ਗਿਆ ਇਹ ਮਨੀ ਮਾਜਰਾ। ਜਦੋਂ ਉਹ ਬੀਬੀ ਰਾਜ ਕੌਰ ਉਤਰੀ ਸੀ ਉਦੋਂ ਪਿੰਡ ਤੋਂ ਬਾਹਰ ਉਤਰੀ ਸੀ, ਪਰ ਜਿੱਥੇ ਹੁਣ ਉਹਦਾ ਗੁਰਦੁਆਰਾ ਬਣਿਆ ਉਹ ਬਿਲਕੁਲ ਸ਼ਹਿਰ ਦੇ ਵਿੱਚ ਆ ਗਈ ਹੈ ਧਰਤੀ। ਸੋ ਉੱਥੇ ਮਾਤਾ ਰਾਜ ਕੌਰ ਨੇ ਉਤਰ ਕੇ ਆਪਣਾ ਡੇਰਾ ਜਮਾ ਲਿਆ ਤੇ ਸਹਿਜੇ ਜਿਉਂ ਦਿਨ ਲੰਘੇ ਤੇ ਆਪਣੇ ਰਹਿਣ ਦੇ ਲਈ ਘਰ ਵੀ ਬਣਾ ਲਿਆ। ਦਿਲ ਵਿੱਚ ਬਹੁਤ ਖੁਸ਼ੀ ਦੇ ਨਾਲ ਵੀ ਰਾਮ ਰਾਏ ਦਾ ਮਿਹਣਾ ਕੋਈ ਨਹੀਂ ਰਿਹਾ ਵੀ ਮੈਂ ਰੱਬ ਦਾ ਨਾਂ ਲੈਂਦਿਆਂ ਦਿਨ ਕੱਟਾਂਗੀ, ਤੇ ਇੱਥੇ ਵੀ ਉਹਨੂੰ ਕੋਈ ਜਾਣਦਾ ਨਹੀਂ। ਐਵੇਂ ਖੁਸ਼ ਹੋ ਕੇ ਤੇ ਘਰ ਬਣਾ ਕੇ ਆਪਣਾ ਨਿਵਾਸ ਰੱਖ ਲਿਆ। ਇੱਥੇ ਮਨੀ ਮਾਜਰੇ ਵਸਦਿਆਂ ਹੋਇਆਂ ਮਾਤਾ ਰਾਜ ਕੌਰ ਨੂੰ ਕਈ ਮਹੀਨੇ ਲੰਘ ਗਏ। ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਦੀ ਹੈ, ਕਿਉਂਕਿ ਗੁਰੂ ਹਰਿ ਸਾਹਿਬ ਮਹਾਰਾਜ ਦੀ ਵੱਡੀ ਨੂੰਹ ਹੈ ਨਾ, ਸਤਿਗੁਰੂ ਮਹਾਰਾਜ ਦੀ ਬੰਸੀ ਹੈ ਇੱਕ ਹਿਸਾਬ ਦੇ ਨਾਲ। ਬਾਬਾ ਰਾਮ ਰਾਏ ਜੀ ਗੁਰੂ ਹਰਿ ਸਾਹਿਬ ਦੇ ਵੱਡੇ ਪੁੱਤਰ ਨੇ ਤੇ ਬੀਬੀ ਰਾਜ ਕੌਰ ਬਾਬੇ ਰਾਮ ਰਾਏ ਦੀ ਵੱਡੀ ਘਰ ਵਾਲੀ ਹੈ, ਜਿਸ ਕਰਕੇ ਗੁਰੂ ਹਰਿ ਸਾਹਿਬ ਮਹਾਰਾਜ ਦੀ ਨੂੰਹ ਹੈ। ਬਾਬੇ ਗੁਰਦਿੱਤੇ ਜੀ ਦੇ ਕਹਿੰਦੇ ਵੀ ਪੋਤ ਨੂੰਹ ਹੈ, ਉਹਦੇ ਵਿੱਚ ਸ਼ਕਤੀਆਂ ਕਿਵੇਂ ਨਾ ਹੋਣ ਜਿਸ ਬਾਬੇ ਗੁਰਦਿੱਤੇ ਵਿੱਚ ਸ਼ਕਤੀਆਂ, ਜਿਸ ਗੁਰੂ ਹਰਿ ਸਾਹਿਬ ਵਿੱਚ ਕਰਾਮਾਤਾਂ, ਜਿਸ ਬਾਬੇ ਰਾਮ ਰਾਏ ਦੀ ਰਸਨਾ ਤੇ ਗੁਰੂ ਹਰਿ ਸਾਹਿਬ ਵਸਦੇ ਉਹਦੇ ਘਰੋਂ ਹੈ ਬੀਬੀ ਰਾਜ ਕੌਰ। ਫਿਰ ਬੰਦਗੀ ਕਰਦੀ ਹੈ, ਬੜੀਆਂ ਸ਼ਕਤੀਆਂ ਦੀ ਮਾਲਕ ਹੈ। ਬਾਣੀ ਪੜ੍ਹਦਿਆਂ ਹੋਇਆ ਇੱਥੇ ਕੁਝ ਮਹੀਨੇ ਲੰਘਾਏ ਤੇ ਕਹਿੰਦੇ ਵੀ ਇੱਥੇ ਸਮਾਂ ਲੰਘਿਆ ਤਾਂ ਗਰਮੀ ਦੀ ਰੁੱਤ ਆਈ, ਜੇਠ ਹਾੜ ਦੀ ਰੁੱਤ ਲੰਘੀ ਤਾਂ ਸਾਉਣ ਭਾਦੋਂ ਵਰਖਾ ਦੀ ਰੁੱਤ ਆ ਗਈ। ਤੇ ਸਾਉਣ ਭਾਦੋਂ ਦੇ ਵਿੱਚ ਕਹਿੰਦੇ ਵੀ ਬਹੁਤ ਕਾਲੀਆਂ ਘਟਾਵਾਂ ਚੜ੍ਹ ਕੇ ਆ ਗਈਆਂ ਤੇ ਬੱਦਲ ਜਿਹੜੇ ਹਨ ਮੋਲੇ ਧਾਰ ਬਾਰਿਸ਼ ਕਰ ਰਹੇ ਨੇ, ਮੀਂਹ ਪਾ ਰਹੇ ਨੇ। ਤੇ ਜਦੋਂ ਮੀਂਹ ਪੈ ਰਿਹਾ ਵੀ ਬਹੁਤਾ ਪਾਣੀ ਧਰਤੀ 'ਤੇ ਡਿੱਗ ਰਿਹਾ ਹੈ, ਬਹੁਤਾ ਹੀ ਮੀਂਹ, ਜਿਵੇਂ ਮੰਨ ਲਓ ਵੀ ਵੱਡੇ ਕਹਿੰਦੇ ਵੀ ਪਨਾਲੇ ਜਿਹੜੇ ਵਗ ਰਹੇ ਹੋਣ, ਬੜਾ ਭਾਰੀ ਮੀਂਹ ਪਿਆ ਇਸ ਵੇਲੇ। ਤੇ ਇਹ ਵਰਖਾ ਦੀ ਰੁੱਤ ਦੇ ਵਿੱਚ ਹੀ ਕਹਿੰਦੇ ਵੀ ਇੱਕ ਰਾਤ ਨੂੰ ਕੀ ਹੋਇਆ ਵੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਤੇ ਮੀਂਹ ਪੈਂਦਿਆਂ ਗਇਓ ਛਾਤ ਕੋ ਟੂਟ ਸ਼ਤੀਰ। ਜਿਹੜੇ ਘਰ ਦੇ ਵਿੱਚ ਬੀਬੀ ਰਾਜ ਕੌਰ ਰਹਿੰਦੀ ਹੈ ਉਹਦੇ ਕੋਠੇ ਦਾ ਸ਼ਤੀਰ ਟੁੱਟ ਗਿਆ। ਤੇ ਜਦੋਂ ਸ਼ਤੀਰ ਟੁੱਟਿਆ ਇਹ ਤਾਂ ਛੱਤ ਜਿਹੜੀ ਵਿੱਚੋਂ ਪਾੜ ਗਈ। ਛੱਤ ਪਾੜੀ ਤਾਂ ਫਿਰ ਬਹੁਤ ਜ਼ਿਆਦਾ ਮੀਂਹ ਦਾ ਪਾਣੀ ਜਿਹੜਾ ਹੈ ਉਹ ਕੋਠੇ ਦੇ ਅੰਦਰ ਪੈਣ ਲੱਗ ਪਿਆ। ਤੇ ਜਿਹੜੇ ਦਾਸ ਸਨ ਉਹ ਜਾਗੇ ਤੇ ਕਈ ਵਿਚਾਰੇ ਯਤਨ ਕਰਨ ਲੱਗ ਪਏ ਵੀ ਜਿਵੇਂ ਕਿਵੇਂ ਮੀਂਹ ਦਾ ਪਾਣੀ ਜਿਹੜਾ ਹੈ ਉਹ ਘਰ ਦੇ ਵਿੱਚ ਪੈਣ ਤੋਂ ਰੋਕਿਆ ਜਾਵੇ। ਜਦੋਂ ਬੀਬੀ ਰਾਜ ਕੌਰ ਨੇ ਵੇਖਿਆ ਵੀ ਵਿਘਨ ਜ਼ਿਆਦਾ ਪੈ ਗਿਆ, ਵੀ ਸ਼ਤੀਰ ਟੁੱਟਾ ਏ, ਜਿੰਨਾ ਚਿਰ ਸ਼ਤੀਰ ਨਹੀਂ ਪਾਵਾਂਗੇ ਉਹਨਾਂ ਚਿਰ ਛੱਤ ਨਹੀਂ ਵੱਜੂਗੀ, ਉਹਨਾਂ ਚਿਰ ਪਾਣੀ ਨਹੀਂ ਰੁਕੂਗਾ। ਉਸ ਵੇਲੇ ਰਾਜ ਕੌਰ ਜੀ ਨੇ ਜਾਣ ਕੇ ਆਪਣੇ ਸੇਵਕ ਭੇਜੇ। ਮਨੀ ਮਾਜਰੇ ਨਗਰ ਦੇ 2 ਚੌਧਰੀ ਸਨ, ਇੱਕ ਵੱਡਾ ਚੌਧਰੀ ਤੇ ਇੱਕ ਛੋਟਾ ਚੌਧਰੀ। ਵੱਡੇ ਚੌਧਰੀ ਦੇ ਵੱਲ ਆਪਣੇ ਕੁਝ ਸੇਵਕ ਭੇਜੇ ਹਨ। ਦਾਸਾਂ ਨੂੰ ਇਹ ਕਹਿ ਕਰਕੇ ਤੇ ਚੌਧਰੀ ਦੇ ਘਰ ਮਾਤਾ ਰਾਜ ਕੌਰ ਨੇ ਸੇਵਕ ਭੇਜੇ ਵੀ ਜਾਓ ਤੁਸੀਂ ਛੇਤੀ ਜਾ ਕੇ ਚੌਧਰੀ ਨੂੰ ਉਠਾਓ ਤੇ ਮੇਰੇ ਵੱਲੋਂ ਉਹਦੇ ਕੋਲੇ ਜਾ ਕੇ ਕਹਿਣਾ ਕਰੋ ਵੀ ਉਹਨੂੰ ਜਾ ਕੇ ਕਹੋ ਵੀ ਸ਼ਤੀਰ ਟੁੱਟ ਗਿਆ ਹੈ, ਵੀ ਮਾਤਾ ਰਾਜ ਕੌਰ ਨੇ ਭੇਜਿਆ। ਇਹ ਤਾਂ ਇੱਕ ਸ਼ਤੀਰ, ਕਿਉਂਕਿ ਪੁਰਾਣੇ ਲੋਕ ਘਰਾਂ ਵਿੱਚ ਰੱਖਦੇ ਹੀ ਹੁੰਦੇ ਸਨ ਸ਼ਤੀਰ। ਹੁਣ ਨਵੇਂ ਜਿਹੜੇ ਉਹ ਸੋਚਦੇ ਹੋਣੇ ਵੀ ਇਹ ਕੀ ਚੀਜ਼ ਹੁੰਦੀ ਹੈ। ਸਾਧ ਸੰਗਤ ਜਿਵੇਂ ਹੁਣ ਤਾਂ ਲੈਂਟਰ ਹੀ ਲਗਭਗ ਪੈਣ ਲੱਗ ਪਏ ਆ, ਇਹ ਤੋਂ ਪਹਿਲਾਂ ਜਿਵੇਂ ਜਿਹੜੇ ਕੋਠੇ ਸਨ ਉਹਨਾਂ ਦੇ ਗਾਡਰ ਪੈਂਦੇ ਸੀ, ਪਰ ਜਦੋਂ ਲੋਹੇ ਦੇ ਗਾਡਰ ਨਹੀਂ ਸੀ ਆਏ ਉਹ ਤੋਂ ਪਹਿਲਾਂ ਕੋਈ ਸਿੱਧਾ ਜਿਹਾ ਰੁੱਖ ਵੇਖਣਾ ਤੇ ਜਿਹੜਾ ਸਿੱਧਾ ਜਿਹਾ ਰੁੱਖ ਹੋਣਾ ਉਹ ਕੋਠੇ ਦੀਆਂ ਕੰਧਾਂ 'ਤੇ ਟਿਕਾ ਦੇਣਾ, ਉਹ ਬਣਾ ਕੇ ਸ਼ਤੀਰ। ਉਹਦੇ ਉੱਤੇ ਫਿਰ ਸਰਕੜਾ ਪਾਉਣਾ, ਕਈ ਤਰ੍ਹਾਂ ਦੇ ਛੋਟੇ ਮੋਹੜੇ ਰੱਖ ਦੇਣੇ, ਟਾਹਣੇ ਰੱਖ ਦੇਣੇ, ਫਿਰ
ਕਾਨੇ ਆਦਿਕ ਰੱਖ ਕੇ ਫਿਰ ਉੱਤੇ ਮਿੱਟੀ ਆਦਿਕ ਪਾ ਕੇ ਫਿਰ ਛੱਤ ਪਾਉਂਦੇ ਸਨ। ਸਹਿਜੇ ਸਹਿਜੇ ਸਮਾਂ ਬਦਲਿਆ ਤੇ ਉਹ ਜਿਹੜਾ ਸਿੱਧਾ ਜਿਹਾ ਰੁੱਖ ਸੀ, ਪਹਿਲਾਂ ਰੁੱਖ ਵੱਢਿਆ ਵਢਾਇਆ ਰੱਖ ਦਿੰਦੇ, ਫਿਰ ਉਹਦੀਆਂ 4 ਨੁੱਕਰਾਂ ਬਣਾਉਣ ਲੱਗ ਪਏ ਛਿੱਲ ਕੇ, ਉਹਨੂੰ ਚਨੁਕਰਾ ਜਿਹਾ ਕਰ ਲਿਆ ਤੇ ਉਹਦੇ ਉੱਤੇ ਫਿਰ ਬਾਲੇ ਜੇ ਰੱਖ ਕੇ ਤੇ ਬਾਲਿਆਂ ਦੇ ਉੱਤੇ ਇੱਟਾਂ ਆਦਿਕ ਟਾਈਲਾਂ ਆਦਿਕ ਲਾ ਦੇਣੀਆਂ ਜਾਂ ਹੋਰ ਕੋਈ ਯਤਨ ਜੇ ਕਰਕੇ ਕੋਠਾ ਛੱਤ ਲੈਂਦੇ ਸਨ। ਫਿਰ ਉਹਦੇ ਥਾਂ 'ਤੇ ਆ ਗਏ ਲੋਹੇ ਦੇ ਗਾਡਰ। ਹੁਣ ਲੋਹੇ ਦੇ ਗਾਡਰਾਂ ਦੇ ਥਾਂ 'ਤੇ ਲੈਂਟਰ ਆ ਗਿਆ ਹੈ। ਸ਼ਤੀਰ ਤੋਂ ਭਾਵ ਹੈ ਵੀ ਪੁਰਾਣੇ ਸਮੇਂ ਗਾਡਰਾਂ ਦਾ ਜਿਹੜਾ ਕੰਮ ਦਿੰਦੇ ਸਨ, ਜਿਹੜਾ ਸਿੱਧਾ ਬਿਲਕੁਲ ਵਿੰਗ ਤੋਂ ਬਗੈਰ ਰੁੱਖ ਹੋਵੇ ਉਹਨੂੰ ਚੀਰ ਕੇ ਉਹਦਾ ਮੋਛਾ ਪਾ ਕੇ ਕੋਠੇ 'ਤੇ ਰੱਖ ਕੇ ਛੱਤ ਪਾ ਲੈਂਦੇ ਸਨ। ਤੇ ਰਾਜ ਕੌਰ ਜੀ ਦਾਸਾਂ ਨੂੰ ਕਹਿੰਦੇ ਵੀ ਵੱਡੇ ਚੌਧਰੀ ਕੋਲ ਜਾ ਕੇ ਨਾ ਉਹਨੂੰ ਕਹੋ ਵੀ ਘਰ ਦੇ ਵਿੱਚ ਤੇਰੇ ਕੋਈ ਸ਼ਤੀਰ ਪਿਆ ਹੋਣਾ ਏ ਤੇ ਉਹ ਬੰਦਿਆਂ ਕੋਲੋਂ ਚੁਕਾ ਕੇ ਤੇ ਹੁਣੇ ਹੀ ਇੱਥੇ ਲੈ ਕੇ ਆਉਣਾ ਕਰ। ਤੇ ਹੋਰ ਵੀ ਕਈ ਨਾਲ ਮਨੁੱਖ ਲੈ ਕੇ ਤੇ ਬੜੀ ਛੇਤੀ ਚੌਧਰੀ ਨੂੰ ਕਹੋ ਵੀ ਮਾਤਾ ਰਾਜ ਕੌਰ ਨੇ ਸੱਦਿਆ ਹੈ ਆਉਣਾ ਕਰ। ਉਹਨੂੰ ਮੇਰੇ ਵੱਲੋਂ ਕਹਿ ਦਿਓ ਵੀ ਛੱਤ ਡਿੱਗ ਪਈ ਹੈ ਤੇ ਜਾ ਕੇ ਤੁਸੀਂ ਉਹਨੂੰ ਉਧਾਰੋ ਸੁਧਾਰੋ, ਉਹ ਕੰਮ ਖਰਾਬ ਹੋਇਆ ਉਹਦੇ ਵਿੱਚੋਂ ਹੁਣ ਬਚਾਅ ਕਰੋ। ਵੀ ਡਿੱਗੀ ਹੋਈ ਛੱਤ ਪੈਂਦੇ ਹੋਏ ਪਾਣੀ ਤੋਂ ਬਚਾਓਗੇ ਜੇ ਆ ਕੇ ਤਾਂ ਚੌਧਰੀ ਨੂੰ ਕਹਿ ਦਿਓ ਇਹ ਸੇਵਾ ਬਦਲੇ ਜੋ ਤੇਰੀ ਭਾਵਨਾ ਹੋਵੇਗੀ ਉਹੀ ਪੂਰੀ ਹੋ ਜਾਵੇਗੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਤੇ ਰਾਜ ਕੌਰ ਦਾ ਹੁਕਮ ਸੁਣ ਕੇ ਸੇਵਕ ਬੜੀ ਛੇਤੀ ਵੱਡੇ ਚੌਧਰੀ ਦੇ ਘਰ ਨੂੰ ਚਲਾ ਗਿਆ। ਉਹਦੇ ਘਰ ਦੇ ਬਾਹਰ ਆਵਾਜ਼ਾਂ ਮਾਰ ਮੂਰ ਕੇ ਚੌਧਰੀ ਚੌਧਰੀ ਕਹਿ ਕੇ ਛੇਤੀ ਹੀ ਉਹਨੂੰ ਜਗਾ ਲਿਆ। ਸੁੱਤੇ ਪਏ ਨੂੰ ਅੱਧੀ ਰਾਤ ਦਾ ਸਮਾਂ ਸੀ। ਜਦੋਂ ਚੌਧਰੀ ਆਇਆ ਤਾਂ ਉਹਨੂੰ ਦਾਸ ਕਹਿਣ ਲੱਗਾ ਵੀ ਮਾਤਾ ਰਾਜ ਕੌਰ ਨੇ ਭੇਜਿਆ ਏ, ਮਾਤਾ ਦੇ ਕੋਠੇ ਦਾ ਸ਼ਤੀਰ ਟੁੱਟ ਗਿਆ ਜਿਸ ਕਰਕੇ ਪਾਣੀ ਚੋਣ ਲੱਗ ਪਿਆ ਏ ਤੇ ਮਾਤਾ ਨੇ ਮੈਨੂੰ ਤੇਰੇ ਵੱਲ ਭੇਜਿਆ, ਤੈਨੂੰ ਬੁਲਾਇਆ ਏ, ਛੇਤੀ ਤੂੰ ਮਾਤਾ ਰਾਜ ਕੌਰ ਦੇ ਵੱਲ ਚੱਲਣਾ ਕਰ। ਹੋਰ ਵੀ ਸਾਰੀ ਗੱਲ ਦੱਸ ਦਿੱਤੀ ਵੀ ਇੱਕ ਸ਼ਤੀਰ ਲੈ ਲਓ, ਕੁਝ ਬੰਦੇ ਨਾਲ ਲੈ ਲਓ ਤੇ ਮਾਤਾ ਕਹਿੰਦੀ ਸੀ ਇਹ ਸੇਵਾ ਦੇ ਬਦਲੇ ਜੋ ਭਾਵਨਾ ਹੋਵੇਗੀ ਉਹ ਪੂਰੀ ਕਰ ਦਿਆਂਗੀ। ਜਦੋਂ ਦਾਸ ਨੇ ਗੱਲ ਕਹੀ ਨਾ ਤੇ ਜਿਹੜਾ ਚੌਧਰੀ ਸੀ ਨਾ ਇਹ ਮਾਇਆ ਦਾ ਹੰਕਾਰੀ ਸੀ, ਇਹਦੇ ਕੋਲ ਮਾਇਆ ਬਹੁਤ ਖੁੱਲੀ ਸੀ, ਇਹਦੇ ਮਨ ਵਿੱਚ ਕੋਈ ਭਾਵਨਾ ਆਈ ਨਹੀਂ। ਇਹਦੇ ਮਨ ਦੇ ਵਿੱਚ ਮਾਤਾ ਰਾਜ ਕੌਰ ਦਾ ਕੋਈ ਸਤਿਕਾਰ ਜਿਹਾ ਨਹੀਂ ਇਹਨੇ ਕੀਤਾ। ਇਹਦੇ ਮਨ ਨੂੰ ਗੱਲ ਚੰਗੀ ਨਹੀਂ ਲੱਗੀ। ਉਹ ਕਹਿਣ ਲੱਗਾ ਵੀ ਵੇਖ ਤੇਰੇ ਸਾਹਮਣੇ ਵੀ ਅੱਧੀ ਰਾਤ ਹੋਈ ਹੈ, ਇੱਕ ਤਾਂ ਕਿੰਨਾ ਸੰਘਣਾ ਹਨੇਰਾ ਏ ਤੇ ਦੂਸਰਾ ਕਿੰਨਾ ਮੋਹਲੇ ਧਾਰ ਵਰਖਾ ਹੋ ਰਹੀ, ਮੀਂਹ ਪੈ ਰਿਹਾ ਏ। ਹੁਣ ਕਹਿੰਦੇ ਵੀ ਯਤਨ ਨਾ ਬਣੇ ਅਬ ਕਿਤ ਜਾਇਓ, ਵੀ ਹੁਣ ਜੇ ਮੈਂ ਜਾਵਾਂ ਤਾਂ ਹੁਣ ਜਾਣ ਦੇ ਨਾਲ ਕਹਿੰਦੇ ਵੀ ਕੋਈ ਯਤਨ ਨਹੀਂ ਬਣਨਾ, ਵੀ ਉੱਥੇ ਜਾ ਕੇ ਮੈਂ ਕੀ ਕਰ ਲੂੰਗਾ, ਵੀ ਇੰਨਾ ਤਾਂ ਮੀਂਹ ਪੈ ਰਿਹਾ ਏ। ਯਤਨ ਨਾ ਬਣੇ ਅਬੈ ਕਿਤ ਜਾਇਓ, ਕਹਿੰਦਾ ਵੀ ਅੱਧੀ ਰਾਤ ਹੈ, ਮੀਂਹ ਪੈ ਰਿਹਾ, ਹਨੇਰਾ, ਅੱਧੀ ਰਾਤ ਕਿੱਥੇ ਮੈਂ ਠੇਡੇ ਖਾਵਾਂ, ਹੁਣ ਨਹੀਂ ਕੋਈ ਯਤਨ ਹੋ ਸਕਦਾ, ਦਿਨ ਚੜੂਗਾ ਤੇ ਵੇਖਾਂਗੇ। ਇਹ ਗੱਲ ਸੁਣ ਕੇ ਸੇਵਕ ਗਿਆ ਤਾਂ ਰਾਜ ਕੌਰ ਜੀ ਨੂੰ ਸਾਰੀ ਗੱਲ ਦੱਸੀ। ਮਾਤਾ ਰਾਜ ਕੌਰ ਨੇ ਸੇਵਕ ਦੇ ਕੋਲੋਂ ਜਦੋਂ ਸੁਣਿਆ ਨਾ ਵੀ ਵੱਡੇ ਚੌਧਰੀ ਨੇ ਤਾਂ ਜਵਾਬ ਦੇ ਦਿੱਤਾ ਹੈ। ਇੱਕ ਛੋਟਾ ਚੌਧਰੀ ਸੀ, ਦੂਸਰਾ ਇਸੇ ਮਨੀ ਮਾਜਰੇ ਦਾ ਜਿਹੜਾ ਸੇਵਕ ਨੂੰ ਕਹਿਣ ਲੱਗੀ ਵੀ ਜਾਓ ਛੋਟੇ ਚੌਧਰੀ ਦੇ ਘਰ ਜਾਓ, ਉਹਨੂੰ ਸੱਦ ਕੇ ਛੇਤੀ ਲੈ ਕੇ ਆਓ ਮੇਰੇ ਪਾਸ। ਉਹਨੂੰ ਇਹ ਕਹਿ ਦੇਵੀਂ ਨਾਲੇ ਤਾਂ ਸ਼ਤੀਰ ਚੁੱਕ ਲਿਆਵੇ ਤੇ ਨਾਲੋਂ ਘਰੋਂ ਕੁਝ ਆਪਣੇ ਜਿਹੜੇ ਘਰ ਦੇ ਬੰਦੇ ਨੇ ਉਹ ਵੀ ਨਾਲ ਲੈ ਆਵੇ। ਜਾ ਕੇ ਦਾਸ ਨੂੰ ਕਹਿਣ ਲੱਗੀ ਰਾਜ ਕੌਰ ਵੀ ਛੋਟੇ ਚੌਧਰੀ ਨੂੰ ਸੱਦ ਕੇ ਲੈ ਕੇ ਤੇ ਮੇਰੇ ਕੋਲ ਆਉਣਾ ਕਰ। ਸੇਵਕ ਫਿਰ ਦੌੜਦਾ ਹੋਇਆ ਮੀਂਹ ਪੈਂਦੇ ਜੀ ਚੌਧਰੀ ਛੋਟੇ ਦੇ ਘਰ ਨੂੰ ਚਲਾ ਗਿਆ। ਸੁੱਤੇ ਨੂੰ ਉਠਾਇਆ ਤੇ ਸਾਰੀ ਗੱਲ ਜਾ ਕੇ ਦੱਸੀ ਵੀ ਮੀਂਹ ਪੈਂਦਿਆਂ ਸ਼ਤੀਰ ਟੁੱਟ ਗਿਆ ਏ ਤੇ ਮਾਤਾ ਰਾਜ ਕੌਰ ਨੇ ਭੇਜਿਆ ਤੇਰੇ ਪਾਸ। ਚਲੋ ਚੌਧਰੀ ਜੀ ਕੋਈ ਯਤਨ ਕਰੋ ਤੇ ਯਤਨ ਕਰਕੇ ਕੋਠੇ ਦੀ ਜਿਹੜੀ ਛੱਤ ਹੈ ਇਹਨਾਂ ਨੂੰ ਸੁਧਾਰੋ, ਬਣਾਉਣਾ ਕਰੋ ਮਿੱਟੀ ਪਾ ਕੇ।
ਤੇ ਮਾਤਾ ਰਾਜ ਕੌਰ ਨੇ ਕਿਹਾ ਵੀ ਜੇ ਇਹ ਤੂੰ ਸੇਵਾ ਕਰੇਗਾ ਤਾਂ ਜੋ ਤੇਰੇ ਦਿਲ ਦੀ ਅਭਿਲਾਖਾ ਹੋਵੇਗੀ ਉਹ ਪੂਰੀ ਹੋ ਜਾਵੇਗੀ। ਉਹ ਜ਼ਿਮੀਂਦਾਰ ਚੌਧਰੀ ਨੇ ਸੁਣ ਕੇ ਵੀ ਇਹ ਨਾਲੇ ਤਾਂ ਸੇਵਾ ਹੈ ਤੇ ਨਾਲੇ ਲਾਭ ਮਿਲੇਗਾ, ਚਿੱਤ ਵਿੱਚ ਵਿਚਾਰਿਆ, ਸੋਚਿਆ ਵੀ ਮੇਰੀ ਕੁਲ ਜਿਹੜੀ ਹੈ ਨਾ, ਇਹ ਕੁਲ ਦੇ ਵਿੱਚ ਰਾਜ ਭਾਗ ਆ ਜੂਗਾ ਤੇ ਦੁੱਖ ਮੇਰੇ ਦੂਰ ਹੋ ਜਾਣਗੇ ਜੇ ਮੈਂ ਰਾਜ ਭਾਗ ਮੰਗ ਲਵਾਂ ਸੇਵਾ ਕਰਕੇ। ਆ ਘਰ ਦੇ ਵਿੱਚੋਂ ਸ਼ਤੀਰ ਲੈ ਕੇ ਤੇ ਆਪਣੇ ਘਰ ਦੇ ਹੋਰ ਵੀ ਜਿਹੜੇ ਕੋਈ ਮੈਂਬਰ ਸਨ ਪਰਿਵਾਰ ਦੇ ਜੀਆਂ ਨੂੰ ਲੈ ਕੇ ਮੀਂਹ ਪੈਂਦੇ ਦੇ ਵਿੱਚ ਚੌਧਰੀ ਚੱਲ ਪਿਆ। ਅੱਧੀ ਰਾਤ ਬਤੀਤ ਹੋ ਗਈ ਹੈ, ਕਹਿੰਦੇ ਵੀ ਹਨੇਰਾ ਸੰਘਣਾ ਏ ਤੇ ਮੀਂਹ ਚੰਗਾ ਪੈ ਰਿਹਾ, ਪਰ ਫੇਰ ਵੀ ਇਹ ਬਚਨ ਮੰਨ ਕੇ ਤੁਰ ਪਿਆ। ਛੇਤੀ ਨਾ ਪਹੁੰਚਿਆ ਤੇ ਹੱਥ ਜੋੜ ਕੇ ਮਾਤਾ ਰਾਜ ਕੌਰ ਨੂੰ ਕਹਿਣ ਲੱਗਾ, ਮਾਤਾ ਜੀ ਹੁਕਮ ਕਰੋ, ਮੈਂ ਸ਼ਤੀਰ ਲੈ ਕੇ ਆ ਗਿਆ, ਦੱਸੋ ਹੁਣ ਕੀ ਕਰਨਾ ਹੈ। ਰਾਜ ਕੌਰ ਨੇ ਛੋਟੇ ਚੌਧਰੀ ਦੇ ਤਾਈਂ ਬਚਨ ਕੀਤਾ, ਹੁਕਮ ਕੀਤਾ। ਕਹਿਣ ਲੱਗੀ, ਚੌਧਰੀ ਜੀ ਇਹ ਛੱਤ ਡਿੱਗ ਪਈ ਹੈ ਤੇ ਜਿਵੇਂ ਪਹਿਲਾਂ ਛੱਤ ਸੀ ਨਾ ਸੁਧਰੀ, ਕਹਿੰਦੇ ਉਸੇ ਤਰ੍ਹਾਂ ਸ਼ਤੀਰ ਪਾ ਕੇ ਤੇ ਚੰਗੀ ਤਰ੍ਹਾਂ ਉੱਤੇ ਮਿੱਟੀ ਪਾ ਕੇ ਕੋਠੇ ਦੀ ਜਿਹੜੀ ਛੱਤ ਹੈ ਇਹਨੂੰ ਸੁਧਾਰ ਦਿਓ, ਬਣਾ ਦੇਵੋ। ਉਸੇ ਵੇਲੇ ਮਾਤਾ ਦਾ ਹੁਕਮ ਮੰਨ ਕੇ ਇਹਨਾਂ ਨੇ ਆਪਣੇ ਸਿਰ ਦੇ ਉੱਤੇ ਕੰਬਲੀਆਂ ਜੀਆਂ ਦੀਆਂ ਬੁੱਕਲਾਂ ਮਾਰ ਲਈਆਂ ਤੇ ਛੱਤ ਬੰਨਣ ਲੱਗ ਪਏ। ਹਨੇਰਾ ਜ਼ਿਆਦਾ ਸੀ, ਕਿਸੇ ਯਤਨ ਦੇ ਨਾਲ ਪਹਿਲਾਂ ਕੁਝ ਦੀਵੇ ਬਾਲੇ ਨੇ ਵੀ ਚਾਨਣ ਜਿਹਾ ਰਹੇ, ਪਤਾ ਜਿਹਾ ਲੱਗੇ ਵੀ ਕਿੱਥੇ ਕੰਧਾਂ ਦਾ ਕਿਨਾਰਾ ਹੈ ਕੋਠੇ ਦਾ। ਯਤਨ ਕੀਤੇ, ਪਹਿਲਾਂ ਤਾਂ ਜਿਹੜਾ ਸ਼ਤੀਰ ਸੀ ਉਹਨੂੰ ਚੁੱਕ ਕੇ ਤਾਂ ਕੋਠੇ ਦੀਆਂ ਕੰਧਾਂ ਦੇ ਉੱਤੇ ਟਿਕਾ ਦਿੱਤਾ। ਫਿਰ ਦੋਵੇਂ ਪਾਸੇ ਵਿਚਕਾਏ ਜੇ ਸ਼ਤੀਰ ਟਿਕਾਤਾ ਤੇ ਦੋਵੇਂ ਪਾਸੇ ਵੱਡੇ ਵੱਡੇ ਜਿਹੜੇ ਕੋਈ ਮੋੜੇ ਜੇ ਰੱਖ ਕਰਕੇ ਬੱਲੀਆਂ ਜੀਆਂ ਰੱਖ ਕੇ ਹੋਰ ਲੱਕੜਾਂ ਜੀਆਂ ਟਿਕਾ ਦਿੱਤੀਆਂ, ਮਾਨੋ ਬਾਲੇ ਪਾ ਦਿੱਤੇ। ਜਦੋਂ ਬਾਲੇ ਜੇ ਟਿਕਾ ਤੇ ਫਿਰ ਸਰਕੜਾ ਜਿਹਾ ਪਾ ਕੇ ਦਬ ਕਾਹੀ ਜੀ ਕਾਨੇ ਜੇ ਹੋਰ ਜੋ ਕੁਝ ਵੀ ਪਾ ਪੂ ਕੇ ਫਿਰ ਉਹਦੇ ਉੱਤੇ ਮਿੱਟੀ ਪਾਉਣ ਲੱਗ ਪਏ। ਸਾਰੀ ਰਾਤ ਬਣਾਉਂਦੇ ਰਹੇ। ਕਹਿੰਦੇ ਸਵੇਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਬੜੀ ਸੋਹਣੀ ਛੱਤ ਚੌਧਰੀ ਤੇ ਇਹਦੇ ਪਰਿਵਾਰ ਦੇ ਜੀਆਂ ਨੇ ਤਿਆਰ ਕਰ ਦਿੱਤੀ। ਮਾਤਾ ਰਾਜ ਕੌਰ ਚੌਧਰੀ ਦੀ ਸੇਵਾ ਵੇਖ ਕੇ ਵੀ ਇਹ ਅੱਧੀ ਰਾਤ ਹੀ ਵੇਖੋ ਵੀ ਆ ਗਿਆ ਮੇਰਾ ਬਚਨ ਮੰਨ ਕੇ, ਬਹੁਤ ਖੁਸ਼ ਹੋਈ ਇਸ ਚੌਧਰੀ ਦੇ ਉੱਤੇ। ਮਾਤਾ ਰਾਜ ਕੌਰ ਜੀ ਕਹਿੰਦੇ ਹੈ, ਚੌਧਰੀ ਜੋ ਤੇਰੇ ਮਨ ਦੀ ਇੱਛਾ ਹੈ ਹੁਣੇ ਮੰਗ ਲੈ ਵਰ, ਜੋ ਤੈਨੂੰ ਚਾਹੀਦਾ ਮਿਲ ਜਾਵੇਗਾ। ਕਿਉਂਕਿ ਜੋ ਤੂੰ ਖੁਸ਼ ਹੋ ਕੇ ਮੰਗਣਾ ਚਾਹੁੰਦਾ ਹੈ ਨਾ ਉਹੀ ਬਖਸ਼ਿਸ਼ ਮਿਲੇਗੀ। ਜੋ ਤੂੰ ਇਸ ਸਮੇਂ ਮੰਗੇਗਾ ਤੈਨੂੰ ਗੁਰੂ ਨਾਨਕ ਦੇ ਘਰ ਚੋਂ ਉਹੀ ਬਖਸ਼ਿਸ਼ਾਂ ਮਿਲਣਗੀਆਂ। ਬਿਨਾਂ ਕਿਸੇ ਸੰਸ਼ੇ ਤੋਂ, ਬਿਨਾਂ ਕਿਸੇ ਸੰਕੋਚ ਤੋਂ ਰਾਜ ਕੌਰ ਚੌਧਰੀ ਨੂੰ ਕਹਿੰਦੇ ਨੇ ਵੀ ਜੋ ਤੇਰੇ ਦਿਲ ਦੀ ਭਾਵਨਾ ਹੈ, ਜੋ ਤੇਰੇ ਦਿਲ ਦੀ ਖਾਹਿਸ਼ ਹੈ ਉਹ ਪ੍ਰਗਟ ਕਰਕੇ ਤੇ ਪ੍ਰਾਪਤ ਕਰ ਲੈ। ਉਹ ਜ਼ਿਮੀਂਦਾਰ ਨੇ ਚੌਧਰੀ ਨੇ ਦੋਵੇਂ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ ਵੀ ਹੇ ਮਾਤਾ ਜੀ ਜੇ ਖੁਸ਼ ਹੋਈ ਹੋ ਤਾਂ ਮੇਰੀ ਇੱਛਾ ਇਹ ਹੈ ਵੀ ਜਿਹੜਾ ਰਈਅਤ ਹੋਣਾ ਹੈ ਨਾ, ਜਿਹੜਾ ਪਰਜਾ ਬਣ ਕੇ ਰਹਿਣਾ, ਇਹਦੇ ਵਿੱਚ ਬੜੇ ਦੁੱਖ ਜਾਣੇ ਜਾਂਦੇ ਨੇ। ਕਈ ਤਰ੍ਹਾਂ ਦੇ ਟੈਕਸ ਦੇਣੇ ਪੈਂਦੇ ਹਨ, ਜੋ ਰਾਜੇ ਮੰਗ ਲੈਣ ਉਹੀ ਰਾਜਿਆਂ ਨੂੰ ਦੇਣਾ ਪੈਂਦਾ ਹੈ। ਰਈਅਤ ਬਣ ਕੇ ਰਹਿਣ ਵਿੱਚ ਬੜਾ ਦੁੱਖ ਜਾਣਿਆ ਹੈ। ਤੇ ਜੇ ਮਾਤਾ ਜੀ ਤੁਹਾਡਾ ਮਨ ਕਰਨਾ ਵਿੱਚ ਆਇਆ ਹੀ ਹੈ ਨਾ, ਜੇ ਤੁਸੀਂ ਤਰਸ ਖਾਧਾ ਏ, ਜੇ ਤੁਸੀਂ ਕਿਰਪਾ ਕਰਨੀ ਹੈ ਮੇਰੇ ਉੱਪਰ, ਇਉਂ ਕਰੋ ਵੀ ਮੈਨੂੰ ਇਸ ਇਲਾਕੇ ਦਾ ਰਾਜ ਭਾਗ ਦੇ ਦਿਓ ਜਿਹੜਾ ਸੁੱਖਾਂ ਦੇ ਨਾਲ ਭਰਿਆ ਹੋਵੇ। ਤੇ ਇਹੋ ਜਿਹਾ ਬਚਨ ਕਰੋ ਵੀ ਮੇਰੀ ਕੁਲ ਦੇ ਵਿੱਚ ਦਰਿੱਦਰ ਨਾ ਰਹੇ। ਬੜਾ ਦਰਿੱਦਰ, ਬੜੀ ਗਰੀਬੀ ਵੇਖੀ ਆ। ਤੇ ਇਹ ਬਚਨ ਕਰ ਦਿਓ ਵੀ ਹੁਣ ਤੋਂ ਮੇਰੇ ਘਰ ਦੇ ਵਿੱਚ ਸਭ ਸਾਜੋ ਸਮਾਨ ਐਸ਼ਵਰਜ ਸਭ ਪਦਾਰਥ ਪ੍ਰਾਪਤ ਹੋ ਜਾਣ।
ਜਦੋਂ ਕਹਿੰਦੇ ਵੀ ਇਹ ਕਾਮਨਾ ਜਿਹੜੀ ਮੰਗ ਰੱਖੀ ਚੌਧਰੀ ਨੇ, ਜਦੋਂ ਮਾਤਾ ਰਾਜ ਕੌਰ ਨੇ ਇਹਦੀ ਬੇਨਤੀ ਸੁਣੀ ਹੈ, ਰਾਜ ਕੌਰ ਨੇ ਉਹੀ ਵਰ ਦੇ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਪਰਿਵਾਰ ਦੀ ਮੈਂਬਰ ਹੈ ਤੇ ਸ਼ਕਤੀਆਂ ਦੀ ਮਾਲਕ ਹੈ ਤੇ ਹਰੀ ਦੇ ਗੁਣ ਗਾਉਂਦੀ ਹੈ। ਉਹੀ ਵਰ ਦੇ ਦਿੱਤਾ, ਕਹਿੰਦੀ ਵੀ ਇਸੇ ਤਰ੍ਹਾਂ ਹੀ ਹੋਵੇਗਾ ਗੁਰੂ ਨਾਨਕ ਤੇਰਾ ਘਰ ਖੁਸ਼ੀਆਂ ਨਾਲ ਭਰਨਗੇ। ਤੇ ਕਵੀ ਜੀ ਕਹਿੰਦੇ ਵੀ ਮਾਤਾ ਜੀ ਕਹਿੰਦੇ ਵੀ ਅਬ ਤੇ ਹੋਏ ਬੰਸ ਮੈਂ ਰਾਜਾ, ਵੀ ਹੁਣ ਤੋਂ ਜਿਹੜੀ ਤੇਰੇ ਬੰਸ ਹੋਵੇਗੀ ਨਾ, ਤੇਰਾ ਖਾਨਦਾਨ, ਤੇਰੇ ਖਾਨਦਾਨ ਦੇ ਲੋਕ ਰਾਜੇ ਹੋਣਗੇ, ਇਸ ਇਲਾਕੇ ਦੇ ਰਾਜ ਭਾਗ ਮਾਨਣਗੇ। ਸਹੀਜੇ ਸਹੀਜੇ ਘਰ ਦਾ ਸਭ ਸਾਜੋ ਸਮਾਨ ਵੀ ਵੱਧ ਜਾਵੇਗਾ। ਤੇ ਨਾਲ ਇਹ ਵੀ ਕਿਹਾ ਵੀ ਜਿਹੜਾ ਮੇਰੇ ਸੱਦਣ ਤੇ ਵੱਡਾ ਚੌਧਰੀ ਆਇਆ ਨਹੀਂ ਨਾ, ਜਿਹਨੇ ਜਵਾਬ ਦੇ ਦਿੱਤਾ ਸੀ ਪਹਿਲਾਂ, ਉਹ ਤੇਰੇ ਘਰ ਦੀ ਰਈਅਤ, ਤੇਰੇ ਘਰ ਦੀ ਪ੍ਰਜਾ ਬਣ ਕੇ ਰਹਿਣਗੇ, ਤੇਰੀ ਕੁਲ ਦੇ ਨਿਆਣੇ ਰਾਜ ਕਰਨਗੇ ਤੇ ਵੱਡੇ ਚੌਧਰੀ ਦੇ ਨਿਆਣੇ ਉਹਨਾਂ ਦੇ ਸੇਵਕ ਬਣ ਕੇ, ਉਹਨਾਂ ਦੇ ਨੌਕਰ ਬਣ ਕੇ ਰਹਿਣਗੇ। ਇਸ ਤਰ੍ਹਾਂ ਵਰ ਦੇ ਕਰਕੇ ਬਖਸ਼ਿਸ਼ ਦਾ ਬਚਨ ਕਹਿ ਕੇ ਰਾਜ ਕੌਰ ਨੇ ਚੌਧਰੀ ਨੂੰ ਨਿਹਾਲ ਕਰ ਦਿੱਤਾ। ਤੇ ਜਦੋਂ ਇਹ ਬਚਨ ਹੋਇਆ, ਕਹਿੰਦੇ ਵੀ ਉਸ ਸਮੇਂ ਤੋਂ ਬਾਅਦ ਛੇਤੀ ਹੀ ਉਹਦੇ ਘਰ ਦਾ ਜੋ ਸਾਜੋ ਸਮਾਨ ਐਸ਼ਵਰਜ ਸੀ ਉਹ ਵਧਣ ਲੱਗ ਪਿਆ। ਤੇ ਭਾਈ ਸੰਤੋਖ ਸਿੰਘ ਜੀ ਜਦੋਂ ਇਹ ਕਥਾ ਲਿਖ ਰਹੇ ਸਨ ਨਾ, ਉਸ ਸਮੇਂ ਦੀ ਗੱਲ ਵੀ ਨਾਲ ਲਿਖਦੇ ਨੇ, ਕਹਿੰਦੇ ਹੁਣ ਇਸ ਸਮੇਂ ਮਨੀ ਮਾਜਰੇ ਦੇ ਵਿੱਚ ਉਹਦੀ ਕੁਲ ਦੇ ਹੀ ਰਾਜੇ ਰਾਜ ਕਰਦੇ ਹਨ। ਕਵੀ ਜੀ ਕਹਿੰਦੇ ਹੁਣ ਤੀਕਰ ਵੀ ਉਹਨਾਂ ਦੇ ਕੋਲ ਬਹੁਤ ਹੀ ਸਾਜੋ ਸਮਾਨ ਜਾਣਿਆ ਜਾਂਦਾ ਹੈ। ਇਹ ਤਾਂ ਗੱਲ ਹੈ ਉਦੋਂ ਦੀ ਜਦੋਂ ਰਿਆਸਤਾਂ ਹੁੰਦੀਆਂ ਸਨ। ਉਦੋਂ ਮਨੀ ਮਾਜਰੇ ਦੀ ਰਿਆਸਤ ਇੱਕ ਵੱਖਰੀ ਸੀ ਤੇ ਉੱਥੇ ਉਹ ਕੁਲ ਦੇ ਰਾਜ ਕਰਦੇ ਸੀ। ਬਾਅਦ ਵਿੱਚ ਫਿਰ ਰਿਆਸਤਾਂ ਜਿਹੜੀਆਂ ਸੀ ਉਹਨਾਂ ਨੂੰ ਸਟੇਟਾਂ ਦੇ ਵਿੱਚ ਬਦਲ ਦਿੱਤਾ ਗਿਆ, ਰਾਜ ਬਣ ਗਏ, ਪ੍ਰਾਂਤ ਬਣ ਗਏ। ਪਰ ਫਿਰ ਵੀ ਉਹ ਜਿਹੜੇ ਰਾਜਿਆਂ ਵਾਂਗ ਹੀ ਕਹਿੰਦੇ ਵੀ ਉਹ ਰਹੇ, ਇਹਨਾਂ ਦੇ ਘਰ ਵਿੱਚ ਕੋਈ ਕਮੀ ਨਹੀਂ ਰਹੀ। ਤੇ ਕਵੀ ਜੀ ਕਹਿੰਦੇ ਮਾਤਾ ਰਾਜ ਕੌਰ ਨੇ ਇਸ ਮਨੀ ਮਾਜਰੇ ਦੇ ਵਿੱਚ ਹੀ ਵਸਦਿਆਂ ਹੋਇਆਂ ਆਪਣੀ ਪਿਛਲੀ ਉਮਰ ਰੱਬ ਦੇ ਗੁਣ ਗਾਉਂਦਿਆਂ ਬਤੀਤ ਕੀਤੀ ਤੇ ਇੱਥੇ ਹੀ ਆਪਣਾ ਸਰੀਰ ਤਿਆਗ ਕੇ ਤੇ ਗੁਰਪੁਰ ਨੂੰ ਸੱਚਖੰਡ ਨੂੰ ਚਲੇ ਗਈ। ਤੇ ਕਵੀ ਜੀ ਕਹਿੰਦੇ ਉਸ ਰਾਜਕੌਰ ਮਾਤਾ ਦਾ ਜਿਹੜਾ ਦਿਉਰਾ ਬਣਿਆ ਹੋਇਆ ਹੈ ਨਾ, ਉਹ ਦਿਉਰੇ ਦੀ ਪੂਜਾ ਉਸ ਚੌਧਰੀ ਦੇ ਹੀ ਅੱਗੇ ਖਾਨਦਾਨ ਦੇ ਲੋਕ ਹੁਣ ਤੀਕਰ ਕਰਦੇ ਹਨ। ਹੁਣ ਤੀਕਰ ਕਹਿੰਦੇ ਵੀ ਉਹ ਦਿਉਰਾ ਬਣਿਆ ਹੋਇਆ ਹੈ ਤੇ ਸਭ ਕੋਈ ਦਰਸ਼ਨ ਕਰਦਾ। ਇਹ ਕਵੀ ਜੀ ਨੇ ਆਪਣੇ ਸਮੇਂ ਦੀ ਗੱਲ ਕਹੀ ਹੈ। ਇਸ ਵੇਲੇ ਤਾਂ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਹੈ, ਮਾਤਾ ਰਾਜ ਕੌਰ ਜੀ ਦਾ ਗੁਰਦੁਆਰਾ ਕਹਿੰਦੇ ਨੇ, ਤੇ ਲੋਕਲ ਕਮੇਟੀ ਦੇ ਰਾਹੀਂ ਪ੍ਰਬੰਧ ਉਹਦਾ ਵੀ ਸ਼੍ਰੋਮਣੀ ਕਮੇਟੀ ਕੋਲ ਹੀ ਹੈ। ਤੇ ਉਂਝ ਉੱਥੇ ਲੋਕਲ ਪ੍ਰਬੰਧਕ ਜਿਹੜੇ ਹਨ ਉਹ ਪ੍ਰਬੰਧ ਵੇਖਦੇ ਨੇ ਤੇ ਜਿਵੇਂ ਉੱਥੇ ਬੈਠ ਕੇ ਉਹਨਾਂ ਨੇ ਬੰਦਗੀ ਕੀਤੀ ਲੰਮਾ ਸਮਾਂ, ਉਸੇ ਤਰ੍ਹਾਂ ਹੀ ਗੁਰਬਾਣੀ ਦੇ ਪ੍ਰਵਾਹ ਹੁਣ ਸਵੇਰੇ ਸ਼ਾਮ ਮਾਤਾ ਰਾਜ ਕੌਰ ਦੇ ਗੁਰਦੁਆਰੇ ਮਨੀ ਮਾਜਰੇ ਚੱਲਦੇ ਹਨ। ਕਵੀ ਜੀ ਕਹਿੰਦੇ ਵੀ ਹੁਣ ਤੀਕਰ ਵੀ ਉਹ ਸਾਰੇ ਸਥਾਨ ਦੇ ਦਰਸ਼ਨ ਕਰਦੇ ਨੇ। ਬਣਿਆ ਹੋਇਆ ਹੈ ਮਨੀ ਮਾਜਰੇ ਬਿਲਕੁਲ ਸ਼ਹਿਰ ਦੇ ਵਿੱਚ ਬਹੁਤਾ ਵੱਡਾ ਦਰਬਾਰ ਹੈ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਵੀ ਜੋ ਬਾਬਾ ਰਾਮ ਰਾਏ ਹੈ ਨਾ, ਬਾਬੇ ਰਾਮ ਰਾਏ ਦੀ ਵੱਡੀ ਘਰ ਵਾਲੀ ਰਾਜ ਕੌਰ, ਇਸ ਤਰ੍ਹਾਂ ਉਹ ਤਾਂ ਕਹਿੰਦੇ ਵੀ ਵੱਖਰੀ ਹੋ ਕੇ ਤੇ ਮਨੀ ਮਾਜਰੇ ਵਸ ਕੇ ਇੱਥੇ ਚੜ੍ਹਾਈ ਕਰ ਗਈ। ਇਹ ਜਿਹੜੀ ਚੌਹਾਂ ਦੇ ਵਿੱਚੋਂ ਵੱਡੀ ਸੀ ਉਹਦੀ ਕਥਾ ਕਵੀ ਜੀ ਕਹਿੰਦੇ ਵੀ ਮੈਂ ਕੁਝ ਕਹਿ ਕੇ ਸੁਣਾਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਕਹਿੰਦੇ ਬੀਵੀਆਂ ਘਰ ਵਾਲੀਆਂ ਸਨ ਰਾਮ ਰਾਏ ਦੀਆਂ, ਜਿਵੇਂ ਜਿਉਣ ਕੌਰ, ਮਾਨ ਕੌਰ ਤੇ ਪੰਜਾਬ ਕੌਰ। ਬਸਤ ਨਿਕਟ ਕਰ ਪ੍ਰੀਤ ਕਨੇ ਬਡੇਰੀ, ਬਹੁਤ ਕਹਿੰਦੇ ਪ੍ਰੀਤੀ ਕਰਕੇ ਉਹ ਰਾਮ ਰਾਏ ਦੇ ਕੋਲ ਹੀ ਵਸਦੀਆਂ ਨੇ। ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਪੰਜਾਬ ਕੌਰ ਹੈ ਨਾ, ਉਹਦੀ ਕਥਾ ਹੁਣ ਆਏਗੀ। ਇਹਨੂੰ ਜ਼ਿੰਮੇਵਾਰੀ ਦੇ ਕੇ ਬਾਬਾ ਰਾਮ ਕੌਰ ਜੀ ਗਏ ਸਨ ਵੀ ਮੈਂ ਕਿਧਰੇ ਚੱਲਿਆ ਹਾਂ ਸੇਵਕ ਦਾ ਉਧਾਰ ਕਰਨ, ਤੇ ਤੂੰ ਮੇਰੇ ਸਰੀਰ ਦਾ ਮਗਰੋਂ ਖਿਆਲ ਰੱਖੀ। ਪਰ ਜਿਹੜੇ ਮਸੰਦ ਨੇ ਉਹਨਾਂ ਪੰਜਾਬ ਕੌਰ ਦਾ ਕੋਈ ਜ਼ੋਰ ਹੀ ਨਹੀਂ ਚੱਲਣ ਦਿੱਤਾ ਤੇ ਮੱਲੋ ਮੱਲੀ ਬਾਬੇ ਰਾਮ ਕੌਰ ਨੂੰ ਜਿਉਂਦੇ ਨੂੰ ਫੜ ਕੇ ਲੱਕੜਾਂ ਤੇ ਪਾਤਾ
ਫਿਰ ਇਹ ਬੀਬੀ ਰਾਜ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਿੱਠੀ ਲਿਖੀ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਇੱਥੇ ਆ ਕੇ ਤੇ ਮਸੰਦਾਂ ਨੂੰ ਫਿਰ ਗੁਰਾਂ ਨੇ ਸੋਧਾ ਲਾਇਆ ਸੀ। ਇਹ ਕਥਾ ਆਉਣ ਵਾਲੇ ਸਮੇਂ 'ਚ ਆਏਗੀ। ਇਵੇਂ ਬਾਬਾ ਰਾਮ ਰਾਏ ਜੀ ਜਿਹੜੇ ਨੇ ਉਹ ਆਪਣੇ ਸੇਵਕ ਦਾ ਭਲਾ ਕਰਨ ਦੀ ਤਿਆਰੀ ਕਰ ਰਹੇ ਨੇ। ਉਹ ਤੋਂ ਪਹਿਲਾਂ ਹੀ ਰਾਜ ਕੌਰ ਦੇ ਵੱਖ ਹੋਣ ਦੀ ਕਥਾ ਕਵੀ ਜੀ ਨੇ ਕਹੀ ਹੈ। ਜਿਵੇਂ ਰਾਮ ਕੌਰ ਜੀ ਦੇ ਸਰੀਰ ਦਾ ਵਾਹਿਗੁਰੂ ਬਾਬਾ ਰਾਮ ਰਾਏ ਜੀ ਦੇ ਸਰੀਰ ਦਾ ਅੰਤ ਹੁੰਦਾ ਹੈ। ਇਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ। ਗੁਰੂ ਮਹਾਰਾਜ ਦੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। हे ਸਮਰਾਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹਿ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।